ਸਵਾਗਤ ਹੈ ਜੀ। ਮੈਂ ਸਮੀਪ ਸਿੰਘ ਗੁਮਟਾਲਾ। ਅੱਜ ਅਸੀਂ ਤੁਹਾਡੇ ਨਾਲ ਇੱਕ ਐਸੀ ਗੱਲਬਾਤ ਕਰਨ ਜਾ ਰਹੇ ਹਾਂ ਜੋ ਕਿ ਸਾਡੇ ਇਤਿਹਾਸ ਨਾਲ, ਸਾਡੀ ਵਿਰਾਸਤ ਨਾਲ ਜੁੜੀ ਹੋਈ ਹੈ। ਉਹ ਵਿਰਾਸਤ ਜਿਹੜੀ ਕਿ ਸਾਡੇ ਆਪਣੇ ਹੀ ਸੂਬੇ ਪੰਜਾਬ ਤੇ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਵਸਾਈ ਗਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੌਜੂਦ ਹੈ। ਤੇ ਵੈਸੇ ਤੇ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਜਾਂ ਇਤਿਹਾਸ ਸਾਡਾ ਉਹ ਅੰਮ੍ਰਿਤਸਰ ਹੀ ਹੈ ਤੇ ਨਾਲ ਲੱਗਦੇ ਇਲਾਕਿਆਂ 'ਚ। ਪਰ ਇੱਕ ਐਸੀ ਜਗ੍ਹਾ ਜਿਸ ਨੂੰ ਬਹੁਤ ਦੇਰ ਤੋਂ ਅਣਗੌਲਿਆ ਵੀ ਕੀਤਾ ਗਿਆ ਵਾ ਤੇ ਉਹਦੀ ਜੋ ਹਾਲਾਤ ਨੇ ਉਸ ਬਾਰੇ ਅਸੀਂ ਸਾਰੇ ਹੀ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਕੌਮ ਦੇ ਜਿਹੜੇ ਲੋਕ ਵਸਦੇ ਨੇ ਉਹਨਾਂ ਨੂੰ ਜਾਣਕਾਰੀ ਦੇਵਾਂਗੇ। ਮੇਰੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੁੜਨਗੇ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਜੀ, ਜੋ ਕਿ ਇਸ ਸੰਬੰਧੀ ਕਾਫੀ ਦੇਰ ਤੋਂ ਉਹਨਾਂ ਦੀ ਜਿਹੜੀ ਸੰਸਥਾ ਵੀ ਹੈ ਉਹਦੇ ਨਾਲ ਉਹ ਕੰਮ ਕਰਕੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਇਸ ਨੂੰ ਬਚਾਇਆ ਵੀ ਜਾ ਸਕੇ। ਆਓ ਉਹਨਾਂ ਨਾਲ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਫਤਿਹ। ਕੀ ਫਤਿਹ। ਅੰਕਿਤ ਸਾਹਿਬ, ਥੋੜਾ ਜਿਹਾ ਤੁਸੀਂ ਆਪਣਾ ਜਿਹੜਾ ਜੇਕਰ ਤੁਸੀਂ ਆਪਣੇ ਬਾਰੇ ਜਾਂ ਥੋੜਾ ਜਿਹਾ ਜਿਹੜੀ ਸੰਸਥਾ ਹੈ ਉਹਦੇ ਨਾਲ ਥੋੜਾ ਸ਼ੇਅਰ ਕਰੋ ਬਰੀਫਲੀ, ਤਾਂ ਜੋ ਅਸੀਂ ਅੱਗੇ ਗੱਲਬਾਤ ਕਰ ਸਕੀਏ ਕਿ ਕਿਹੜੇ ਅਸੀਂ ਅਹਿਮ ਮੁੱਦੇ ਤੇ ਜਿਹੜੀ ਹੈ ਉਹ ਗੱਲਬਾਤ ਕਰਨ ਜਾ ਰਹੇ ਹਾਂ। ਮੈਂ ਜੀ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਸਾਇੰਸ ਮਾਸਟਰ ਦੀ ਨੌਕਰੀ ਕਰਦਾ ਰਿਹਾ। ਬਾਅਦ ਵਿੱਚ ਮੇਰੀ ਪ੍ਰਮੋਸ਼ਨ ਹੋ ਗਈ ਸੀ ਐਜ਼ ਪੰਜਾਬੀ ਲੈਕਚਰਰ, ਤੇ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਚੀਫ ਖਾਲਸਾ ਦੀਵਾਨ ਸੀ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰਸਟ ਆ, ਇਹਨਾਂ ਵਿੱਚ ਬਤੌਰ ਪ੍ਰਿੰਸੀਪਲ ਦੀ ਸੇਵਾ ਕੀਤੀ ਆ। ਤੇ ਜਨਮ ਮੇਰਾ ਬਾਬਾ ਬੁੱਢਾ ਜੀ ਦੀ ਵਿਰਸਾਈ ਜਿਹੜੀ ਬਹੁਤ ਹੀ ਭਾਗਾ ਭਰੀ ਧਰਤੀ ਰਮਦਾਸ ਵਿਖੇ ਹੋਇਆ, ਕਿਉਂਕਿ ਮੇਰੇ ਪਿਤਾ ਜੀ ਵੈਟਰਨਰੀ ਡਿਪਾਰਟਮੈਂਟ ਸਰਵਿਸ ਕਰਦੇ ਸੀ ਤੇ 3 ਸਾਲ ਬਾਅਦ ਉਹਨਾਂ ਦੀ ਬਦਲੀ ਹੋ ਜਾਂਦੀ ਸੀ। ਜਿਸ ਵੇਲੇ ਮੇਰਾ ਜਨਮ ਹੋਇਆ ਉਸ ਵੇਲੇ ਉਹ ਰਮਦਾਸ ਸੀ। ਤੇ ਉਸ ਤੋਂ ਬਾਅਦ ਮੇਰੀ ਜਿਹੜੀ ਐਜੂਕੇਸ਼ਨ ਆ ਉਹ ਅਟਾਰੀ ਤੋਂ ਸ਼ੁਰੂ ਹੋਈ, ਫਿਰ ਚਗਾਵਾਂ, ਵਲਟੋਆ, ਨਸ਼ਹਿਰਾ ਪਨੂਆ, ਤਰਸਿੱਕਾ, ਤੇ ਸਭ ਤੋਂ ਅਖੀਰ ਤੇ ਮੇਰੀ ਜਿਹੜੀ ਇਹ ਕਾਲਜ ਲਾਈਫ ਸੀ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ, ਉੱਥੋਂ ਹੀ BSc ਮੈਡੀਕਲ ਕੀਤੀ ਤੇ ਉੱਥੋਂ ਹੀ ਮੈਂ ਜਿਹੜੀ ਸੀ B.Ed ਕੀਤੀ ਤੇ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ MA ਤੇ M.Ed ਦੀ ਡਿਗਰੀ ਜਿਹੜੀ ਸੀ ਉਹ ਹਾਸਲ ਕੀਤੀ ਸੀ। ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਇਤਿਹਾਸ, ਬੜੀਆਂ ਇਤਿਹਾਸਕ ਥਾਵਾਂ, ਬਾਬਾ ਬੁੱਢਾ ਸਾਹਿਬ ਜਿੱਥੇ ਉੱਥੇ ਤੁਹਾਡਾ ਵੀ ਤੁਸੀਂ ਜਨਮ ਹੋਇਆ। ਜਿਹੜੀ ਤੁਸੀਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਹ ਅੰਮ੍ਰਿਤਸਰ ਜਿਹੜੀ ਜਗ੍ਹਾ ਹੈ, ਜਿਸ ਨੂੰ ਕਾਫੀ ਪੋਪੂਲਰ, ਜਦੋਂ ਮੈਂ ਵੀ ਗਰੋ ਅਪ ਹੋਇਆ ਤੇ ਅਸੀਂ ਕੰਪਨੀ ਬਾਗ ਨਾਲ ਜਾਣਦੇ ਸੀ। ਤੇ ਸਾਡੀ ਵਿਰਾਸਤ ਓਬਵੀਅਸਲੀ ਅਸੀਂ ਦਰਬਾਰ ਸਾਹਿਬ ਲੋਕੀ ਲੱਖਾਂ ਲੋਕ ਆਉਂਦੇ ਨੇ, ਨਾਲ ਕਾਫੀ ਇਮਾਰਤਾਂ ਜਿਹੜੀਆਂ ਵਿਰਾਸਤ ਜਦੋਂ ਗਲਿਆਰਾ ਬਣਿਆ ਉਦੋਂ ਵੀ ਟੱਠੀ। ਪਰ ਜਿਹੜੀ ਤੁਹਾਡੀ ਸੰਸਥਾ ਹੈ ਉਸਨੇ ਇੱਕ ਬਹੁਤ ਹੀ ਇਤਿਹਾਸਕ ਜਗ੍ਹਾ ਜਿਹੜੀ ਉਹਨੂੰ ਬਚਾਉਣ ਲਈ ਉਹ ਕੋਸ਼ਿਸ਼ਾਂ ਕਰ ਰਹੇ ਨੇ। ਉਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਕੀ ਕਾਰਨ ਸੀਗੇ ਤੁਹਾਨੂੰ ਉਹਦੀ ਕੋਸ਼ਿਸ਼ ਕਰਨੀ ਪਈ ਤੇ ਉਹ ਕੀ ਇਸ ਵਕਤ ਜਿਹੜਾ ਉਹਦਾ ਇਤਿਹਾਸ ਵੀ ਕੀ ਹੈ ਉਸ ਬਾਰੇ ਥੋੜੀ ਜਾਣਕਾਰੀ। ਵੇਖੋ ਜੀ, ਜਿਹੜਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਆ, ਇਹਦੀ ਸਥਾਪਨਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਤੇ ਉਹਨਾਂ ਨੇ ਆਪਣੇ ਕਾਰਜਕਾਲ ਵਿੱਚ ਇਹ ਸ਼ਹਿਰ ਨੂੰ ਪ੍ਰਫੁੱਲਤ ਕਰਨ ਵਾਸਤੇ ਜਿਹੜੇ ਲਾਗੇ ਛਾਗੇ ਦੇ ਸ਼ਹਿਰ ਆ, ਜਿਸ ਤਰ੍ਹਾਂ ਖਾਸ ਤੌਰ ਤੇ ਪੱਟੀ ਜਾਂ ਕਸੂਰ ਆ, ਇਹਨਾਂ ਸ਼ਹਿਰਾਂ ਤੋਂ ਤੇ ਹੋਰ ਸ਼ਹਿਰਾਂ ਤੋਂ ਉਹਨਾਂ ਨੇ 52 ਇਹ ਕਿਸਮ ਦੇ ਜਿਹੜੇ ਸੀ ਉਹ ਹੁਨਰਮੰਦ ਲੋਕ ਜਿਹੜੇ ਸੀ ਇੱਥੇ ਲਿਆ ਕੇ ਵਸਾਏ। ਤੇ ਇਸ ਤੋਂ ਬਾਅਦ ਜਿਹੜਾ ਸੀ ਸ਼ਹਿਰ, ਉਹਦਾ ਤੇ ਇਤਿਹਾਸ ਬੜਾ ਲੰਮਾ ਚੌੜਾ ਵਾ ਵੀ ਇਸ ਨੂੰ ਬੜੀਆਂ ਦਰਪੇਸ਼ ਮੁਸ਼ਕਲਾਂ ਆਈਆਂ। ਹਰਿਮੰਦਰ ਸਾਹਿਬ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਢਾਇਆ ਤੇ ਇਸ ਤੋਂ ਇਲਾਵਾ ਇਹ ਬਾਬੇ ਦੀਪ ਸਿੰਘ ਹੋਰਾਂ ਨੇ ਵੀ ਇਸ ਹਰਿਮੰਦਰ ਸਾਹਿਬ ਵਾਸਤੇ ਹੀ ਇੱਥੇ ਆਣ ਕੇ ਸ਼ਹੀਦੀ ਦਿੱਤੀ ਸੀ। ਇਸ ਅੰਮ੍ਰਿਤਸਰ ਸਾਹਿਬ ਨੂੰ ਉਦੋਂ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਜਦੋਂ ਮਹਾਰਾਜੇ ਰਣਜੀਤ ਸਿੰਘ ਤੇ ਸਿੱਖ ਮੁਗਲਾਂ ਦਾ ਸਿੱਖ ਬਿਸਲਾਂ ਦਾ ਜਿਹੜਾ ਸੀ ਉਹ ਇੱਥੇ ਰਾਜ ਆਇਆ ਸੀ। ਮਹਾਰਾਜੇ ਰਣਜੀਤ ਸਿੰਘ ਦੀ ਜਿਹੜੀ ਇਸ ਸ਼ਹਿਰ ਨੂੰ ਦੇਣ ਆ ਲਾ ਮਿਸਾਲ ਆ। ਉਹਨੇ ਸ਼ਹਿਰ ਦੇ ਵਪਾਰ ਨੂੰ ਹੀ ਨਹੀਂ ਸਿਰਫ ਇਹ ਪ੍ਰਫੁੱਲਤ ਕਰਨ ਵਿੱਚ ਯੋਗਦਾਨ ਪਾਇਆ, ਉਸਨੇ ਹਰਿਮੰਦਰ ਸਾਹਿਬ ਤੇ ਸੋਨਾ ਚੜਾ ਕੇ ਤੇ ਸੰਗਮਰਮਰ ਲਾ ਕੇ ਇਹਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਜਿਹੜੀ ਸੀ ਨਾ ਇਹ ਦਿੱਖ ਦੇ ਦਿੱਤੀ। ਤੇ ਅੱਜ ਉਹ ਹਰਿਮੰਦਰ ਸਾਹਿਬ ਜਿਹੜਾ ਵਾ ਸਾਰੇ ਸੰਸਾਰ ਦੇ ਵਿੱਚ ਗੋਲਡਨ ਟੈਂਪਲ ਦੇ ਨਾਲ ਇਹ ਪ੍ਰਸਿੱਧ ਆ। ਫਿਰ
ਮਹਾਰਾਜੇ ਰਣਜੀਤ ਸਿੰਘ ਦੀ ਸ਼ਰਧਾ ਇੰਨੀ ਜ਼ਿਆਦੀ ਸੀ ਅੰਮ੍ਰਿਤਸਰ ਪ੍ਰਤੀ ਕਿ ਜੋ ਵੀ ਸੁੰਦਰ ਚੀਜ਼, ਜੋ ਵੀ ਦਿਲਕਸ਼ ਚੀਜ਼ ਜਾਂ ਨਜ਼ਾਬ ਚੀਜ਼ ਜਿਹੜੀ ਉਸ ਨੂੰ ਹਾਸਲ ਹੁੰਦੀ ਸੀ, ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਲਿਆ ਕੇ ਭੇਟ ਕਰ ਦਿੱਤਾ ਸੀ। ਜਿਸ ਤਰ੍ਹਾਂ ਉਸਦੇ ਪੋਤਰੇ ਦਾ ਜਦੋਂ ਵਿਆਹ ਹੋਣ ਲੱਗਾ ਸੀ ਨੌ ਨਿਹਾਲ ਸਿੰਘ ਦਾ, ਤੇ ਬੜਾ ਹੀ ਕੀਮਤੀ ਹੀਰਿਆਂ ਮੋਤੀਆਂ ਨਾਲ ਜੜਿਆ ਸਿਹਰਾ ਸੀ, ਤੇ ਉਹਨੇ ਆਖਿਆ ਵੀ ਨਹੀਂ ਨੌ ਨਿਹਾਲ, ਇਹ ਜਿਹੜਾ ਸਿਹਰਾ ਵਾ ਤੇਰੇ ਸਿਰ ਤੇ ਨਹੀਂ ਸੱਜਣਾ ਚਾਹੀਦਾ, ਇਹ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕੀਤਾ ਜਾਊਗਾ। ਇਸੇ ਤਰ੍ਹਾਂ ਮਹਾਰਾਜੇ ਰਣਜੀਤ ਸਿੰਘ ਨੇ ਜਿਹੜਾ ਨਿਜ਼ਾਮ ਹੈਦਰਾਬਾਦ ਸੀ ਉਸ ਦੀ ਬੜੀ ਮਦਦ ਕੀਤੀ ਸੀ। ਉਸ ਦੇ ਖਿਲਾਫ ਜੋ ਵਿਦਰੋਹ ਹੋਇਆ ਸੀ, ਉਸ ਵਿਦਰੋਹ ਨੂੰ ਨੱਪਣ ਵਾਸਤੇ ਨਿਜ਼ਾਮ ਹੈਦਰਾਬਾਦ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਆਣ ਕੇ ਬੇਨਤੀ ਕੀਤੀ ਸੀ, ਤੇ ਮਹਾਰਾਜੇ ਰਣਜੀਤ ਸਿੰਘ ਨੂੰ ਆਪਣੀ ਫੌਜ ਭੇਜ ਕੇ ਤੇ ਉਸ ਦਾ ਜਿਹੜਾ ਰਾਜ ਸੀ ਬਹਾਲ ਕੀਤਾ ਸੀ, ਸ਼ਾਂਤੀ ਜਿਹੜੀ ਸੀ ਉਹ ਬਹਾਲ ਕੀਤੀ ਸੀ, ਤੇ ਵਿਦਰੋਹ ਨੂੰ ਖਤਮ ਕੀਤਾ ਸੀ। ਉਸ ਪ੍ਰਤੀ ਉਸ ਨਿਜ਼ਾਮ ਹੈਦਰਾਬਾਦ ਨੇ ਇੱਕ ਤੇ ਹਜੂਰ ਸਾਹਿਬ ਦਾ ਗੁਰਦੁਆਰਾ ਜਿਹੜਾ ਸੀ ਉਸ ਨੂੰ ਬਹੁਤ ਸ਼ਾਨਦਾਰ ਬਣਾਇਆ, ਤੇ ਦੂਸਰਾ ਉਸਨੇ ਉਸ ਵੇਲੇ ਦੀ ਲੱਖਾਂ ਰੁਪਏ ਦੀ ਜਿਹੜੀ ਚਾਨਣੀ ਸੀ ਉਹ ਮਹਾਰਾਜੇ ਦੇ ਦਰਬਾਰ 'ਚ ਪੇਸ਼ ਕੀਤੀ ਵੀ ਮਹਾਰਾਜਾ ਸਾਹਿਬ ਤੁਹਾਡੇ ਦਰਬਾਰ 'ਚ ਝੁੱਲੂਗੀ ਏ। ਪਰ ਜਦੋਂ ਮਹਾਰਾਜਾ ਨੇ ਵੇਖਿਆ ਵੀ ਏਡੀ ਕੀਮਤੀ ਇਹ ਚਾਨਣੀ ਆ, ਤੇ ਉਹਨੇ ਕਿਹਾ ਨਹੀਂ, ਮੇਰੀ ਇਹ ਇੰਨੀ ਹੈ ਨਹੀਂ ਗੀ ਸਮਰੱਥਾ, ਜਾਂ ਕਹਿ ਲਾ ਮੇਰੀ ਇੰਨੀ ਵਿਅਕਤੀਤਾ ਮੇਰਾ ਇਹੋ ਜਿਹਾ ਹੈ ਨਹੀਂਗਾ ਕਿ ਮੈਂ ਇਸ ਚਾਨਣੀ ਥੱਲੇ ਬਵਾਂ। ਇਹ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਝੁੱਲੂਗੀ, ਜਿਸ ਦੇ ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਹੋਇਆ ਕਰੇਗਾ। ਇਹ ਸਾਰੀਆਂ ਚੀਜ਼ਾਂ ਅੱਜ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੇ ਵਿੱਚ ਹੈਗੀਆਂ ਵਾ। ਇਸ ਤੋਂ ਇਲਾਵਾ ਲਾਹੌਰ ਦੇ ਵਿੱਚ ਬਹੁਤ ਸ਼ਾਨਦਾਰ ਹੈ ਸ਼ਾਲੀਮਾਰ ਬਾਗ। ਮਹਾਰਾਜੇ ਰਣਜੀਤ ਸਿੰਘ ਨੇ ਉਸੇ ਤਰਜ਼ ਤੇ ਇੱਕ ਇੱਥੇ ਅੰਮ੍ਰਿਤਸਰ ਦੇ ਵਿੱਚ ਇਹ ਬਾਗ ਜਿਹੜਾ ਸੀ ਉਹ ਸਥਾਪਿਤ ਕੀਤਾ, ਤੇ ਉਸਨੇ ਨਾਂ ਹੀ ਉਹਦਾ ਨਾਂ ਰੱਖਿਆ ਸੀ ਰਾਮਬਾਗ ਗਾਰਡਨਸ। ਰਾਮਬਾਗ ਕਹਿ ਲਓ, ਗੁਰੂ ਰਾਮਦਾਸ ਜੀ ਦੇ ਨਾਂ ਤੇ ਉਹਨਾਂ ਬਾਗ ਰੱਖਿਆ ਸੀ ਰਾਮਬਾਗ। ਉਸ ਵਿੱਚ ਉਸਨੇ ਹਿਮਾਲਾ ਪਰਬਤ ਤੋਂ ਦੂਰ ਦੂਰ ਤੋਂ ਬੜੇ ਵਧੀਆ ਜਿਹੜੇ ਦਰਖਤ ਸੀ ਉਹ ਲਿਆ ਕੇ ਇੱਥੇ ਲਵਾਏ ਸੀ। ਤੇ ਇਸ ਤੋਂ ਇਲਾਵਾ ਉਸਨੇ ਆਪਣੀ ਗਰਮੀਆਂ ਦੀ ਰਾਜਧਾਨੀ ਵਾਸਤੇ ਇੱਕ ਬਹੁਤ ਸੁੰਦਰ ਜਿਹੜਾ ਇੱਥੇ ਨਾ ਇਹ ਮਹੱਲ ਬਣਾਇਆ ਸੀ, ਜਿਸ ਨੂੰ ਅੱਜ ਕੱਲ੍ਹ ਅਸੀਂ ਸਮਰ ਪੈਲੇਸ ਦੇ ਨਾਂ ਨਾਲ ਯਾਦ ਕਰਦੇ ਹਾਂ। ਉਹ ਅਕਸਰ ਜਦੋਂ ਹਰਿਮੰਦਰ ਸਾਹਿਬ ਆਉਂਦੇ ਸੀ, ਤੇ ਇਹ ਨਹੀਂ ਵੀ ਇੱਕ ਦੇ ਦਿਨ ਵਾਸਤੇ ਆਉਂਦੇ ਸੀ, ਉਹ ਹਫ਼ਤਾ 2 ਹਫ਼ਤੇ ਇੱਥੇ ਰਹਿ ਕੇ ਜਾਂਦੇ ਸੀ। ਅੰਮ੍ਰਿਤਸਰ ਦੀਆਂ ਜਿਹੜੀ ਸਮੱਸਿਆਵਾਂ ਉਹ ਵੀ ਹੱਲ ਕਰਦੇ ਸੀ, ਤੇ ਉਸ ਵੇਲੇ ਉਹਨਾਂ ਦੀ ਰਿਹਾਇਸ਼ ਤੇ ਪਲੱਸ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਜਿਹੜੀ ਅਦਾਲਤ ਸੀ, ਕਚਹਿਰੀ ਸੀ, ਉਹ ਸਮਰ ਪੈਲੇਸ ਹੁੰਦੀ ਸੀ। ਤੇ ਸਮਰ ਪੈਲੇਸ ਦੇ ਨਾਲ ਨਾਲ ਇਹ 4 ਚੁਫੇਰੇ ਉਹਨਾਂ ਨੇ ਉੱਚੀ ਦੀਵਾਰ ਵੀ ਕੀਤੀ ਸੀ, ਤੇ 4 ਨੁੱਕਰਾਂ ਤੇ 4 ਟਾਵਰ ਸੀ, ਤੇ 2 ਡਿਊੜੀਆਂ ਸੀ ਜਿਹੜੀਆਂ, ਜਿਨ੍ਹਾਂ ਚੋਂ ਇੱਕ ਡਿਊੜੀ ਤੇ ਜਿਹੜਾ ਆਰਕੀਓਲੋਜੀ ਸਰਵੇ ਆਫ ਇੰਡੀਆ ਵਾ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਉਸ ਨੂੰ ਰੀਸਟੋਰ ਕਰ ਦਿੱਤਾ ਵਾ। ਪਰੰਤੂ ਇਸ ਦੇ ਆਪੋਜ਼ਿਟ ਜਿਹੜੀ ਦੂਸਰੇ ਪਾਸੇ ਡਿਊੜੀ ਆ, ਉਹ ਕਈ ਸਾਲ ਇੱਕ ਸਰਵਿਸ ਕਲੱਬ ਆ ਅੰਮ੍ਰਿਤਸਰ ਕੰਪਨੀ ਬਾਗ ਦੇ ਵਿੱਚ 3 ਕਲੱਬਾਂ ਵਾ, ਸਰਵਿਸ ਕਲੱਬ, ਲੰਸਨ ਕਲੱਬ ਤੇ ਇੱਕ ਹੋਰ ਕਲੱਬ ਆ, ਹਾਂਜੀ ਹਾਂਜੀ ਅੰਮ੍ਰਿਤਸਰ ਕਲੱਬ, ਉਹ ਨਾ ਹੀ ਅੰਮ੍ਰਿਤਸਰ ਕਲੱਬ ਆ। ਹਾਂਜੀ ਇਹ ਕਲੱਬ ਜਿਹੜੀ ਸਰਵਿਸ ਕਲੱਬ ਸੀ ਉਹਦੇ ਕਬਜ਼ੇ 'ਚ ਕਾਫੀ ਚਿਰ ਇਹ ਜਿਹੜੀ ਡਿਊਟੀ ਰਹੀ ਸੀ, ਜਿਸ ਵਿੱਚ ਉਹ ਆਪਣਾ ਦਫ਼ਤਰ ਬਣਾ ਰੱਖਿਆ ਸੀ। ਸੋ ਉਹ ਇਹ ਜਿਹੜਾ ਪੈਲਸ ਹੈ ਤੁਸੀਂ ਦੱਸ ਰਹੇ, ਪਹਿਲੀ ਗੱਲ ਤੇ ਬਹੁਤ ਜਾਣਿਆਂ ਨੂੰ ਖਾਸ ਕਰਕੇ ਜਿਹੜੇ ਵਿਦੇਸ਼ ਵਸਦੇ ਨੇ, ਅਸੀਂ ਸਾਰੇ ਹਰਿਮੰਦਰ ਸਾਹਿਬ ਆਉਂਦੇ ਹਾਂ, ਮੱਥਾ ਟੇਕਦੇ ਹਾਂ। ਸਾਨੂੰ ਅੱਜ ਕੱਲ੍ਹ ਅਸੀਂ ਦੇਖਦੇ ਵੀ ਈਵਨ ਟੂਰਿਸਟ ਵੀ ਜਿਹੜੇ ਆਉਂਦੇ ਨੇ ਉਹ ਵੀ ਆ ਕੇ ਤੇ ਹਰਿਮੰਦਰ ਸਾਹਿਬ ਕਾਫੀ ਲੋਕ ਮੱਥਾ ਟੇਕਦੇ, ਜਲਿਆਂਵਾਲੇ ਬਾਗ ਜਾਂਦੇ ਨੇ, ਪਰ ਹੁਣ ਕਾਫੀ ਲੋਕ ਵਾਹਗਾ ਬਾਰਡਰ ਵੀ ਜਾਂਦੇ ਆ, ਤੇ ਹੋਰ ਵੀ 1-2 ਥਾਵਾਂ ਜਿਹੜੀਆਂ ਬਣਾਈਆਂ ਗਈਆਂ, ਜਿਹੜੇ ਮੈਮੋਰੀਅਲ ਬਣਾਏ ਗਏ ਨੇ। ਤੇ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਇੱਥੇ ਜਿਹੜਾ ਬਾਗ ਹੈ ਇਹ ਸ਼ਹਿਰ ਦੇ ਕੋਲ ਹੀ, ਜਦੋਂ ਆਪਾਂ ਜਾਈਏ ਵਾਹਗਾ ਬਾਰਡਰ ਨੂੰ, ਉੱਥੇ ਇਹ ਰਾਮ ਬਾਗ ਗਾਰਡਨ, ਜਿਸਨੂੰ ਕਾਫੀ ਲੋਕ ਕੰਪਨੀ ਬਾਗ ਨਾਲ ਜਾਣਦੇ ਨੇ, ਜਿਹੜੇ ਉੱਥੇ ਵੱਡੇ ਵੀ ਹੋਏ ਨੇ। ਸੋ ਇਸ ਬਾਗ ਦੇ ਅੰਦਰ ਤੁਸੀਂ ਦੱਸ ਰਹੇ ਜਿੱਦਾਂ ਪਾਕਿਸਤਾਨ ਸ਼ਾਲੀਮਾਰ ਬਾਗ ਬਣਿਆ, ਅਸੀਂ ਦੇਖਿਆ ਵੀ ਪਿੱਛੇ ਜੇ ਜਦੋਂ ਪਾਕਿਸਤਾਨ ਕੁਝ ਸਾਲ ਪਹਿਲਾਂ ਇੱਕ ਬੁੱਤ ਦੇ ਨਾਲ ਛੇੜਖਾਨੀ ਵੀ ਕੀਤੀ ਗਈ, ਤੇ ਕਾਫੀ ਰੌਲਾ ਪਿਆ ਕਿ ਇਸ ਤਰ੍ਹਾਂ ਹੋਇਆ ਵਾ। ਸੋ ਤੁਸੀਂ ਜਿਹੜੀ ਗੱਲ ਕਰ ਰਹੇ ਜੇ ਉੱਥੇ ਉਹਨਾਂ ਦਾ ਸਮਰ ਪੈਲੇਸ ਜਿਹੜਾ ਵਾ ਮਹਾਰਾਜਾ ਰਣਜੀਤ ਸਿੰਘ ਦਾ, ਉਹ ਅੰਮ੍ਰਿਤਸਰ ਸਾਹਿਬ, ਅੰਮ੍ਰਿਤਸਰ ਵਿਖੇ ਹੀ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਕਾਫੀ ਲੋਕ ਜਿਹੜੇ ਨੇ ਇਸ ਚੀਜ਼ ਤੋਂ ਜਾਣੂ ਹੋਣਗੇ। ਜਿਸ ਤਰ੍ਹਾਂ ਤੁਸੀਂ ਦੱਸਿਆ, ਹੁਣ ਆਰਕੀਓਲੋਜੀਕਲ ਸਰਵੇ ASI ਵੀ ਆਇਆ, ਤੇ ਇਹ ਜਿਹੜਾ ਸਮਰ ਪੈਲੇਸ ਹੈ ਉੱਥੇ ਆ ਕੇ ਉਹ ਆਪਣੀਆਂ ਛੁੱਟੀਆਂ ਬਤੀਤ ਕਰਦੇ ਸਨ। ਜਿਹੜੀ ਡਿਓੜੀ ਸਾਰਾ ਉੱਥੇ ਪੂਰੀਆਂ ਬਿਲਡਿੰਗਸ ਬਣੀਆਂ ਹੋਈਆਂ ਨੇ। ਹਾਂਜੀ ਹਾਂਜੀ, ਬਹੁਤ ਸੋਹਣਾ ਮਹੱਲ ਬਣਿਆ ਜੀ, ਬਹੁਤ ਸੁੰਦਰ ਮਹੱਲ ਸੀ, ਜਿਸ ਦੀ ਜਿਹੜੀ ਲੱਕੜ ਸੀ ਉਹ ਛੱਤ ਸੀ ਅਖਰੋਟ ਦੀ ਲੱਕੜ ਦੀ ਬਣੀ ਹੋਈ ਸੀ। ਹਾਂਜੀ। ਤੇ ਕੀ ਇਹ ਫਿਰ ਸਭ ਚੀਜ਼ਾਂ ਹੁਣ
ਇਹ ਖਰਾਬ ਹੋ ਗਈਆਂ ਨੇ, ਤੇ ਉਸ ਤੋਂ ਬਾਅਦ ਇਸ ਨੂੰ ਠੀਕ ਕਰਨ ਲਈ ਕੀ ਤੁਹਾਡੇ ਵੱਲੋਂ ਕੋਈ ਯਤਨ ਕੀਤੇ ਗਏ ਜਾਂ ਸੰਸਥਾ ਵੱਲੋਂ ਫਿਰ ਇਹ ਕੰਮ ਸ਼ੁਰੂ ਹੋਇਆ ਏਐਸਆਈ ਦਾ, ਜਾਂ ਕਿਸ ਤਰ੍ਹਾਂ ਤੁਸੀਂ ਦੱਸ ਰਹੇ ਜੇ ਕਿ ਜੇ ਕਿਸੇ ਨੇ ਕਬਜ਼ੇ ਵੀ ਕੀਤੇ ਨੇ ਉਸ ਨੂੰ ਕਿਸ ਤਰ੍ਹਾਂ ਇਹ ਜਿਹੜਾ ਹੈ ਉਹ ਏਐਸਆਈ ਉੱਥੇ ਕੋਈ ਪਨੋਰਮਾ ਵੀ ਬਣਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਹੁਣ, ਤੇ ਉਹਦੇ ਲਈ ਕਿਸ ਤਰ੍ਹਾਂ ਤੁਹਾਨੂੰ ਇਹ ਯਤਨ ਕਰਕੇ ਤੇ ਥੋੜਾ ਬਹੁਤਾ ਇਹ ਸ਼ੁਰੂ ਕੀਤਾ ਗਿਆ ਤਾਂ ਜੋ ਇਹਨੂੰ ਬਚਾਇਆ ਜਾ ਸਕੇ? ਬੇਨਤੀ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੌਤ ਸੀ ਉਹ 1839 ਚ ਹੋ ਗਈ ਸੀ, ਹਾਂਜੀ, ਤੇ ਹਾਂਜੀ। ਉਸ ਤੋਂ ਬਾਅਦ ਜਿਹੜਾ ਸਿੱਖ ਰਾਜ ਸੀ ਨਾ, ਉਹ ਆਪਸੀ ਫੁੱਟ ਤੇ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ, ਤੇ 1800 ਸਿਰਫ 10 ਸਾਲ ਦੇ ਸਮੇਂ 'ਚ 1849 ਜਿੱਥੇ ਅੰਗਰੇਜ਼ਾਂ ਨੇ ਜਿਹੜਾ ਸੀ ਉਹ ਸਾਰੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ, ਉਹਨਾਂ ਨੂੰ ਨਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਤੇ ਉਸ ਦੀਆਂ ਬਣਾਈਆਂ ਇਮਾਰਤਾਂ ਨਾਲ ਤੇ ਉਸ ਦੀਆਂ ਯਾਦਗਾਰਾਂ ਨਾਲ ਵੈਸੇ ਜਿਸ ਤਰ੍ਹਾਂ ਖੁੰਦਕ ਹੁੰਦੀ ਆ ਇਸ ਤਰ੍ਹਾਂ ਸੀ ਉਹਨਾਂ ਨੇ, ਤੇ ਇਸ ਕਰਕੇ ਉਹਨਾਂ ਨੇ ਇਸ ਕੰਪਨੀ ਬਾਗ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਹੀ ਪਿਆਰਾ ਬਾਗ ਸੀ, ਬਹੁਤ ਸੋਹਣਾ ਬਾਗ ਸੀ, ਸ਼ਾਲੀਮਾਰ ਬਾਗ ਤੋਂ ਵਧੀਆ ਬਣਾਇਆ ਸੀ ਉਹਨੇ, ਇੱਥੇ ਫੁਹਾਰੇ ਲਾ ਕੇ ਤੇ ਬਾਗ ਦੇ ਵਿੱਚ ਵੰਨ ਸਵੰਨੇ ਜਿਹੜੇ ਸੀ ਉਹ ਪੈਟਰਨ ਕਰਕੇ, ਤੇ ਉਹ ਬਾਗ ਦੀ ਜਿਹੜੀ ਸੀ ਮਹੱਤਤਾ ਸੀ ਉਸ ਨੂੰ ਉਹਨਾਂ ਨੇ ਘਟਾਉਣ ਵਾਸਤੇ ਇੱਥੇ ਕਲੱਬਾਂ ਦੀ ਸਥਾਪਨਾ ਕੀਤੀ ਸੀ ਅੰਗਰੇਜ਼ਾਂ ਨੇ, ਸਭ ਤੋਂ ਪਹਿਲਾਂ ਇਹ ਸਰਵਿਸ ਆਜ਼ਾਦੀ ਕਲੱਬ। ਤੋਂ ਪਹਿਲਾਂ ਹੋ ਗਈ ਸੀ? ਇਹ ਆਜ਼ਾਦੀ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਹੋ ਚੁੱਕਾ ਸੀ ਵੈਸੇ। ਹੂੰ, ਹੂੰ। ਫਿਰ ਉਸ ਤੋਂ ਬਾਅਦ ਜਦੋਂ ਅੰਗਰੇਜ਼ ਇੱਥੋਂ ਚਲੇ ਗਏ ਤੇ ਉਹ ਕਲੱਬਾਂ ਖਤਮ ਨਹੀਂ ਹੋਈਆਂ, ਉਹਨਾਂ ਕਲੱਬਾਂ ਦੇ ਵਿੱਚ ਜਿਹੜੇ ਅੰਮ੍ਰਿਤਸਰ ਦੇ ਰਈਸਜ਼ਾਦੇ ਸੀ, ਅਮੀਰਜ਼ਾਦੇ ਸੀ, ਅਫਸਰਸ਼ਾਹ ਸੀ, ਰਾਜਨੀਤੀਵਾਨ ਸੀ, ਉਹਨਾਂ ਨੇ ਫਿਰ ਆਪਣੇ ਮਨੋਰੰਜਨ ਦਾ ਸਾਧਨ ਜਿਹੜਾ ਸੀ ਉਹ ਇੱਥੇ ਕਲੱਬਾਂ 'ਚ ਬਣਾ ਲਿਆ, ਤੇ ਉਹਨਾਂ ਨੇ ਇਸ ਚੀਜ਼ ਦਾ ਖਿਆਲ ਹੀ ਨਹੀਂ ਕੀਤਾ ਵੀ ਇਹ ਗੁਰੂ ਰਾਮਦਾਸ ਦੇ ਨਾਂ ਤੇ ਇਹ ਬਾਗ ਬਣਿਆ ਵਾ, ਤੇ ਅਸੀਂ ਇਹਦੀ ਜਿਹੜੀ ਮਹੱਤਤਾ ਵਾ ਸੱਭਿਆਚਾਰਕ ਮਹੱਤਤਾ ਉਸ ਨੂੰ ਕਾਇਮ ਰੱਖੀਏ, ਪਰੰਤੂ ਜੋ ਕਲੱਬਾਂ 'ਚ ਹੁੰਦਾ ਵਾ, ਜੋ ਕਲੱਬ ਕਲਚਰ ਆ, ਉਹ ਉੱਥੇ ਉਹਨਾਂ ਨੇ ਜਿਹੜਾ ਸੀ ਇਹ ਬੜਾ ਪ੍ਰਫੁੱਲਿਤ ਕੀਤਾ ਆਪਣੇ ਵੱਲੋਂ, ਉਹਨਾਂ ਨੇ ਆਪਣੇ ਐਸ਼ਪ੍ਰਸਤੀ ਵਾਸਤੇ, ਆਪਣੇ ਮਨੋਰੰਜਨ ਵਾਸਤੇ, ਆਪਣੇ ਸਾਰੇ ਜਿਹੜੇ ਹਾਂਜੀ, ਸੀ ਉੱਥੇ ਅਮੀਰ ਕਾਫੀ ਜਾਦੇ ਉੱਥੇ ਵਿਆਹ ਸ਼ਾਦੀਆਂ ਜੋ ਵੀ ਹੁੰਦੀਆਂ ਨੇ। ਸੋ ਇਹ ਜਿਹੜੀਆਂ ਇਮਾਰਤਾਂ ਹਾਂ ਬਣੀਆਂ ਸਨ, ਇਹ ਇਮਾਰਤਾਂ ਬਾਅਦ 'ਚ ਨਵੀਆਂ ਬਣਾਈਆਂ ਗਈਆਂ, ਪਰ ਜਿਹੜੀਆਂ ਐਗਜ਼ਿਸਟਿੰਗ ਇਮਾਰਤਾਂ ਨੇ, ਉਹਨਾਂ ਨੂੰ ਕਿਉਂ ਨਹੀਂ, ਉਹਨਾਂ ਨੂੰ ਕੀ ਉਸ ਤੋਂ ਬਾਅਦ, ਚਲੋ ਅਸੀਂ ਅੰਗਰੇਜ਼ਾਂ ਦੀ ਤੇ ਗੱਲ ਕਰ ਰਹੇ ਹਾਂ, ਮੇਰੇ ਮਨ 'ਚ ਵੀ ਸਵਾਲ ਆਉਂਦਾ ਹੈ, ਪਰ ਆਜ਼ਾਦੀ ਨੂੰ ਲਏ ਹੁਣ ਕਿੰਨੇ ਸਾਲ ਹੋ ਗਏ ਨੇ, ਉਸ ਤੋਂ ਬਾਅਦ ਜੋ ਇਹਨਾਂ ਦੀ ਹਾਲਤ ਹੈ, ਚਲੋ ਕਲੱਬ ਵੀ ਬਣੇ ਨੇ, ਪਰ ਜੋ ਤੁਸੀਂ ਦੱਸਿਆ ਸਮਰ ਪੈਲੇਸ ਵੀ ਹੈ, ਡਿਓੜੀ ਵੀ ਹੈ, ਤੇ ਉਹ ਉਹਨਾਂ ਦੀ ਹਾਲਤ ਕਿਉਂ ਹਾਲੇ ਤੱਕ ਕੀ ਪ੍ਰਸ਼ਾਸਨ ਵੱਲੋਂ ਜਾਂ ਉਸ ਤੋਂ ਬਾਅਦ ਕੁਛ ਨਹੀਂ ਕੀਤਾ ਗਿਆ? ਵੇਖੋ ਜੀ, ਇਹ ਜਿਹੜੀ ਕਲੱਬਾਂ ਨਾ, ਇਹਨਾਂ ਦੀ ਲੀਜ਼ ਲਗਭਗ 1980 ਦੀ ਖਤਮ ਹੋਈ ਆ। ਹੁਣ ਇਹ ਜਿਹੜਾ ਕਾਰਪੋਰੇਸ਼ਨ ਆ, ਇਸ ਵੇਲੇ ਜਿਹੜਾ ਬਾਗ ਹੈ ਨਾ, 2004 ਵਿੱਚ ਇਹ ਪ੍ਰੋਟੈਕਟਡ ਮੋਨੂਮੈਂਟ ਬਣ ਗਿਆ ਸੀ, ਤੇ ਉਸ ਵੇਲੇ ਤੋਂ ਬਾਅਦ ਜਿਹੜੀਆਂ ਇਹ 'ਚ ਬਿਲਡਿੰਗਾਂ 7 ਆ, ਸਮਰ ਪੈਲੇਸ ਆ, 4 ਟਾਵਰ ਆ, 2 ਡਿਊੜੀਆਂ ਵਾ, ਤੇ ਇੱਕ ਹਮਾਮ ਘਰ ਆ, ਇੱਕ ਮਛਲੀ ਘਰ ਆ। ਇਹ ਜਿਹੜੀਆਂ ਬਿਲਡਿੰਗਾਂ ਵਾ, ਇਹ ਇਹਨਾਂ ਦੀ ਦੇਖ ਰੇਖ ਤੇ ਆ ਗਈ ਆ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵਾ, ਤੇ ਜਿਹੜਾ ਬਾਗ ਆ ਉਹਦਾ ਕਸਟੋਡੀਅਨ ਹੈਗਾ ਵਾ ਸਾਡੀ ਕਾਰਪੋਰੇਸ਼ਨ। ਇਹ ਜਿਹੜਾ ਬਾਗ ਆ ਅਸੀਂ ਹੂੰ, ਆਪ ਹੂੰ। ਖੁਦ ਵਿਜੇ ਰਹੇ ਆ, ਜਦੋਂ ਹਾਂਜੀ, ਅਸੀਂ ਸਾਡੀ ਪਿੰਡ ਹੁੰਦੀ ਸੀ, ਸਾਡੇ ਬੱਚਿਆਂ ਨੇ ਜਦੋਂ ਹਰਿਮੰਦਰ ਸਾਹਿਬ ਆਉਣਾ ਕਦੇ, ਤੇ ਜ਼ਰੂਰ ਉਹਨਾਂ ਕੰਪਨੀ ਬਾਗ ਜਾਣਾ। ਇੱਥੇ ਹਾਂਜੀ, ਛੋਟਾ ਹਾਂਜੀ। ਜਿਹਾ ਇੱਕ ਬੱਚਿਆਂ ਵਾਸਤੇ ਇੱਕ ਜ਼ੂ ਵੀ ਹੁੰਦਾ ਸੀ, ਜਿਸ ਵਿੱਚ ਹਾਂਜੀ, ਕੁਝ ਜਾਨਵਰ, ਕੁਝ ਪੰਛੀ, ਤੇ ਉਹ ਬੱਚਿਆਂ ਦੀ ਬੜੀ ਅਟਰੈਕਸ਼ਨ ਦਾ ਕੇਂਦਰ ਸੀ। ਇਸ ਬਾਗ ਦੇ ਵਿੱਚ ਬੱਚਿਆਂ ਦੇ ਤੇ ਫੁੱਲਾਂ ਦੇ ਸ਼ੋਅ ਵੀ ਬੜੇ ਹੁੰਦੇ ਸੀ। 80 ਤੱਕ ਇਹ ਬਾਗ ਜਿਹੜਾ ਸੀ ਆਪਣੇ ਪੂਰੇ ਜਲਾਓ ਵਿੱਚ ਹੈਗਾ ਸੀ, ਪੂਰੀ ਸੁੰਦਰਤਾ ਦੀ ਕਾਇਮ ਸੀ, ਹਾਂਜੀ। ਪਰੰਤੂ 80 ਤੋਂ ਬਾਅਦ ਮੁੜ ਕੇ ਜਿਹੜੇ ਕਾਰਪੋਰੇਸ਼ਨ ਵਾਲੇ ਸੀ, ਉਹਨਾਂ ਇਹਦੀ ਦੇਖ ਰੇਖ ਪ੍ਰਤੀ ਬਿਲਕੁਲ ਲਾਪਰਵਾਹੀ ਵਰਤੀ, ਇਹਦੇ ਪ੍ਰਤੀ ਨਜ਼ਰਅੰਦਾਜ਼ ਕਰ ਦਿੱਤਾ, ਤੇ ਕਲੱਬਾਂ ਵਾਲਿਆਂ ਰਹਿੰਦੀ ਖੁੰਦੀ ਕਸਰ ਉਹਨਾਂ ਪੂਰੀ ਕਰ ਦਿੱਤੀ। ਕੁਝ ਹੋਰ ਵੀ ਕਲੱਬਾਂ ਦੇ ਵਿੱਚ ਬਣ ਗਈਆਂ, ਜਿੱਦਾਂ ਟੈਨਿਸ ਕੋਰਟ ਬਣ ਗਿਆ, ਸਕੇਟਿੰਗ ਰਿੰਕ ਬਣ ਗਿਆ, ਤੇ ਜਾਂ ਜਿਹੜੇ ਵੱਖ-ਵੱਖ ਪੋਲੀਟੀਸ਼ੀਅਨ ਆ, ਉਹਨਾਂ ਨੇ ਆਪਣੀ ਮਰਜ਼ੀ ਨਾਲ ਇੱਥੇ ਸੜਕਾਂ ਬਣਾਤੀਆਂ, ਤੇ ਜਿਹੜਾ ਬਾਗ ਦਾ ਕਨਸੈਪਟ ਸੀ ਉਹਨੂੰ ਖਤਮ ਹੀ ਕਰ ਦਿੱਤਾ ਉਹਨਾਂ ਨੇ ਲਗਭਗ। ਜੇ ਹਰ ਇੱਕ ਕਿਸੇ ਨੇ ਉੱਥੇ ਵਾਲੀਬਾਲ ਦੀ ਗਰਾਊਂਡ ਬਣਾਤੀ ਆ, ਕਿਸੇ ਨੇ ਬਾਸਕਟਬਾਲ ਦੀ ਗਰਾਊਂਡ ਬਣਾਤੀ ਆ, ਕਿਸੇ ਨੇ ਉੱਥੇ ਜਿਮ ਲਾ ਦਿੱਤੇ ਆ, ਤੇ ਇੱਥੋਂ ਤੱਕ ਤੁਸੀਂ ਹੈਰਾਨ ਹੋਗੇ ਵੀ ਸਾਡੇ ਇੱਕ ਐਮਐਲਏ ਉਹਦੀ ਘਰ ਵਾਲੀ ਨੇ ਉੱਥੇ ਗੁੱਬੀ ਲਾਤੀ ਸੀ ਥੋੜੇ ਜਿਹੇ ਥਾਂ ਪਿੱਛੇ ਦੇ। ਹਾਂਜੀ। ਹਾਂਜੀ, ਹਾਂਜੀ। ਤੇ ਬੜੀ ਅ, ਇੱਥੇ ਮੈਂ ਦੱਸ ਦੇਵਾਂ ਕਿ ਅਸੀਂ ਵਿਦੇਸ਼ ਵਿੱਚ ਖਾਸ ਕਰਕੇ ਜਦੋਂ ਇੱਥੇ ਪਾਰਕ ਨੇ ਬੱਚਿਆਂ ਲਈ, ਤੇ ਬਹੁਤ ਹੀ ਮੈਨੂੰ ਯਾਦ ਹੈ ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ ਵਿਖੇ ਇੱਕ ਕਿਹੜਾ ਗਾਰਡਨ ਹੈ, ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ, ਉਹ ਆਈਲੈਂਡ ਹੈ, ਲੋਕੀ ਜਾਂਦੇ ਨੇ, ਤੇ ਸਪੈਸ਼ਲੀ ਵੈਂਕੂਵਰ ਤੋਂ ਜੇ ਜਾਣਾ ਹੋਵੇ, ਤੇ ਲੱਖਾਂ ਦੀ ਗਿਣਤੀ ਵਿੱਚ ਲੋਕ, ਜਿਸ ਤਰ੍ਹਾਂ ਦੀ ਦੱਸਿਆ ਕਿ ਫੁੱਲ ਵਗੈਰਾ ਜਾਂ ਉੱਥੇ ਦੇਖਣ ਜਾਂਦੇ ਨੇ, ਤੇ ਇਹ ਤੇ ਹਾਂਜੀ।
ਅੰਮ੍ਰਿਤਸਰ ਜਿੱਥੇ ਲੱਖਾਂ ਲੋਕ ਨਤਮਸਤਕ ਹੋਣ ਆਉਂਦੇ ਨੇ, ਬਟ ਨਾਲ ਹੁਣ ਵਿਜ਼ਿਟਰ ਵੀ ਬਹੁਤ ਆਉਂਦੇ ਨੇ। ਤੇ ਇਸ ਜਗ੍ਹਾ ਨੂੰ ਤੁਸੀਂ ਦੱਸਿਆ, ਮੈਨੂੰ ਵੀ ਯਾਦ ਹੈ ਛੋਟੇ ਹੁੰਦਿਆਂ ਅਸੀਂ ਵੀ ਜਾਂਦੇ ਸੀ, ਕੰਪਨੀ ਬਾਗ ਹੀ ਕਹਿੰਦੇ ਸੀ, ਮੈਨੂੰ ਆਪ ਨਹੀਂ ਸੀ ਪਤਾ ਕਿ ਇਹ ਰਾਮ ਬਾਗ ਗਾਰਡਨ ਹੈ। ਪਰ ਉੱਥੇ ਦੇਖੀਦਾ ਸੀਗਾ, ਉੱਥੇ ਵਿਆਹ ਸ਼ਾਦੀਆਂ ਵੀ ਉੱਥੇ ਹੋ ਰਹੇ ਨੇ। ਇਸ ਦਾ ਇਤਿਹਾਸ ਜਿਹੜਾ ਵਾ, ਇਸ ਵਿੱਚ ਮੈਂ ਕਹਾਂਗਾ ਅਸੀਂ ਆਪ ਵੀ ਖੁਦ ਜ਼ਿੰਮੇਵਾਰ ਹਾਂ ਕਿ ਸਾਡੇ ਬੱਚਿਆਂ ਨੂੰ ਵੀ ਅਸੀਂ ਦੱਸ ਨਹੀਂ ਸਕੇ ਕਿ ਕਿਸ ਤਰ੍ਹਾਂ ਇਹਦੀ ਜਿਹੜੀ ਬਾਗ ਦੀ ਮਹੱਤਤਾ ਹੈ। ਅਸੀਂ ਵੀ ਜ਼ੂ ਜਾਂਦੇ ਸੀ ਤੇ ਪਰ ਤੁਸੀਂ ਦੱਸਿਆ ਕਿ ਤੁਸੀਂ ਗੱਲ ਕਰ ਰਹੇ ਸੀ ਇਹਨਾਂ ਨੂੰ ਬਚਾਉਣ ਲਈ, ਜਾਂ ਕਿਸ ਤਰ੍ਹਾਂ ਵੀ ਜਿਹੜੇ ਕਲੱਬ ਨੇ ਬੜੀ ਦੇਰ ਤੋਂ ਨੇ, ਤੇ ਜਾਂ ਹੋਰ ਵੀ ਇਸ ਨੂੰ ਜਿਹੜਾ ਉੱਥੇ ਪੈਨੋਰਮਾ ਬਣਾਇਆ ਗਿਆ, ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਤੇ ਇਹਦੇ ਲਈ ਤੁਸੀਂ ਜਿਹੜੇ ਯਤਨ ਕੀਤੇ ਨੇ ਆਪਣੀ ਸੰਸਥਾ ਵੱਲੋਂ, ਉਹਦਾ ਕੀ ਸਟੇਟਸ ਹੈ? ਕੀ ਤੁਹਾਨੂੰ ਉਧਰੋਂ ਕੋਈ ਹੈਲਪ ਮਿਲੀ ਹੈ? ਦੇਖੋ ਜੀ, ਅੰਮ੍ਰਿਤਸਰ ਵਿੱਚ ਸਾਫ ਸਫਾਈ ਵਾਸਤੇ, ਇਥੋਂ ਦੀ ਟ੍ਰੈਫਿਕ ਮੈਨੇਜਮੈਂਟ ਵਾਸਤੇ, ਇਥੋਂ ਦੇ ਜਿਸ ਤਰ੍ਹਾਂ ਆ ਰਾਮ ਬਾਗ ਆ, ਇਹਨਾਂ ਸਾਰਿਆਂ ਦੀ ਸਾਂਭ ਸੰਭਾਲ ਵਾਸਤੇ ਇੱਕ ਸੰਸਥਾ ਗਿਆਨੀ ਕਿਰਪਾਲ ਸਿੰਘ ਤੇ ਡਾਕਟਰ ਚਰਨਜੀਤ ਸਿੰਘ ਮਟਾਲਾ, ਮਨਮੋਹਨ ਸਿੰਘ ਬਰਾੜ, ਇਹਨਾਂ ਦੀ ਸਰਪ੍ਰਸਤੀ ਹੇਠ 1992 ਵਿੱਚ ਜਿਹੜੀ ਸੰਸਥਾ ਆਈ ਸੀ, ਉਹਦਾ ਨਾਮ ਆ ਅੰਮ੍ਰਿਤਸਰ ਵਿਕਾਸ ਮੰਚ, ਜਿਸ ਦਾ ਕਿ ਮੈਂ ਪਹਿਲਾਂ ਮੈਂਬਰ ਸਾਂ, ਫਿਰ ਜਨਰਲ ਸੈਕਟਰੀ ਰਿਹਾ, ਪ੍ਰਧਾਨ ਵੀ ਰਿਹਾ, ਤੇ ਇਸ ਵੇਲੇ ਮੈਂ ਉਹਦਾ ਪੈਟਰਨ ਆ। ਇਹ ਸੰਸਥਾ ਨੇ ਜਦੋਂ ਵੇਖਿਆ ਕਿ ਇਹਨਾਂ ਕਲੱਬਾਂ ਦੀ ਲੀਜ਼ ਖਤਮ ਆ, ਹੁਣ ਇਹ ਕੋਈ ਕਲੱਬ ਮਨੀ ਵੀ ਨਹੀਂ ਦੇ ਰਿਹਾ ਵੈਸੇ ਕਾਰਪੋਰੇਸ਼ਨ ਨੂੰ, ਤੇ ਮੁਫਤ ਦੇ ਵਿੱਚ ਹੀ ਸਮਝ ਲਓ ਇਹ ਜ਼ਬਰਦਸਤੀ ਕਬਜ਼ਾ ਵਾ। ਫਿਰ ਇਸ ਕਬਜ਼ੇ ਨੂੰ ਛਡਾਉਣ ਵਾਸਤੇ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਟ ਦਾਇਰ ਕੀਤੀ ਗਈ, ਤੇ ਉਹ ਰਿਟ ਹੋਈ ਨੂੰ ਵੀ ਸਮਝ ਲਓ 20 ਸਾਲ ਹੋ ਚੱਲੇ ਆ। ਤੇ ਜਿਹੜੀ ਕਿ ਹਾਲੇ ਪਹਿਲਾਂ ਤੇ ਹਾਈ ਕੋਰਟ ਨੇ ਬੜਾ ਛੇਤੀ ਫੈਸਲਾ ਕੀਤਾ ਸੀ ਕਲੱਬਾਂ ਨੂੰ ਵੀ ਤੁਸੀਂ ਇੱਥੋਂ ਚਲੇ ਜਾਓ। ਕਾਰਪੋਰੇਸ਼ਨ ਨੂੰ ਵੀ ਕਿਹਾ ਵੀ ਇਹਨਾਂ ਦੀ ਇਹ ਸ਼ਹਿਰੋਂ ਬਾਹਰ ਇਹਨਾਂ ਨੂੰ ਇਹ ਪਲਾਟ ਦਿਓ। ਕਾਰਪੋਰੇਸ਼ਨ ਨੇ ਵੀ ਇੱਕ ਗੁਰੂ ਤੇਗ ਬਹਾਦਰ ਨਗਰ ਇੱਥੇ ਇਹ ਮਹਿਤਾ ਰੋਡ ਤੇ ਜਿਹੜੀਆਂ ਰੇਲਵੇ ਲਾਈਨਾਂ ਵਾ ਉਹਨਾਂ ਦੇ ਨਾਲ ਉਹਨਾਂ ਨੇ ਸਾਰੀਆਂ ਕਲੱਬਾਂ ਨੂੰ 2-2 ਏਕੜ ਜ਼ਮੀਨ ਵੀ ਜਿਹੜੀ ਸੀ ਲੋੜ ਕਰ ਦਿੱਤੀ, ਤੇ ਹਾਲੇ ਵੀ ਉਸ ਜ਼ਮੀਨ ਤੇ ਕਿਸੇ ਨੇ ਸਾਰੇ ਨਹੀਂ ਕੀਤੀ, ਤੇ ਨਾ ਕਿਸੇ ਦੇ ਨਾਂ ਟਰਾਂਸਫਰ ਕੀਤੀ ਗਈ ਆ। ਪਰੰਤੂ ਕਲੱਬਾਂ ਵਾਲਿਆਂ ਨੇ ਜਿਹੜੇ ਕੁਝ ਪਤਾ ਨਹੀਂ ਕੀ ਢੰਗ ਤਰੀਕੇ ਵਰਤੇ ਕਿ ਜਿਹੜੇ ਇਹਨਾਂ ਦੇ ਵਿਰੁੱਧ ਆਰਡਰ ਵੀ ਪਾਸ ਹੋ ਗਏ ਸੀ, ਉਹਨਾਂ ਆਰਡਰਾਂ ਤੇ ਵੀ ਅਮਲ ਨਹੀਂ ਹੋ ਸਕਿਆ, ਤੇ ਹਾਲੇ ਵੀ ਉਹ ਉਸ ਬਾਗ ਦੇ ਵਿੱਚ ਜਬਰੀ ਕਬਜ਼ਾ ਜਮਾਈ ਬੈਠੇ ਆ। ਤੇ ਉਸ ਦਾ ਇਸ ਵੇਲੇ ਉਹ ਕੋਈ ਕਾਰਪੋਰੇਸ਼ਨ ਨੂੰ ਕੋਈ ਕਿਰਾਇਆ ਨਹੀਂ ਦੇ ਰਿਹਾ, ਤੇ ਸਗੋਂ ਆਪਣੇ ਹੋਰ ਕਬਜ਼ੇ ਵਿੱਚ ਜਿਹੜਾ ਥਾਂ ਆ ਉਸ ਨੂੰ ਲੱਗ ਹੋਰ ਬੜੀ ਜਾਂਦੇ ਆ। ਜਿਸ ਬਾਰੇ ਅਸੀਂ ਥਾਂ ਵੇਲੇ ਸਿਰ ਪ੍ਰੋਟੈਸਟ ਕਰਦੇ ਰਹਿੰਦੇ ਆ, ਤੇ ਤੁਸੀਂ ਹੈਰਾਨ ਹੋਵੋਗੇ ਵੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਗੇ ਇੱਕ ਬਣਿਆ ਵਾ ਸਾਡਾ ਪਿੰਡ, ਜਿੱਥੇ ਕਿ ਪੁਰਾਣੇ ਕਿਸਮ ਦਾ ਪਿੰਡ ਉਸਾਰਿਆ ਗਿਆ। ਉਸ ਪਿੰਡ ਵਿੱਚ ਮਿੱਟੀ ਪਾਉਣ ਵਾਸਤੇ ਇਸ ਕੰਪਨੀ ਬਾਗ ਦੇ ਵਿੱਚੋਂ 2-2, 3-3 ਫੁੱਟ ਜਿਹੜੀ ਮਿੱਟੀ ਪੁੱਟ ਦਿੱਤੀ ਗਈ, ਜਿਸ ਨਾਲ ਜਿਹੜੇ 100 ਸਾਲ ਸਾਡੇ ਪੁਰਾਣੇ ਬੜੇ ਨਾਯਾਬ ਕੀਮਤੀ ਤੇ ਵਿਲੱਖਣ ਦਰਖਤ ਆ, ਉਹਨਾਂ ਦੀ ਜੜ੍ਹਾਂ ਨੰਗੀਆਂ ਹੋ ਗਈਆਂ। ਫਿਰ ਅਸੀਂ ਕੁਦਰਤੀ ਇੱਕ ਦਿਨ ਉੱਥੇ ਬਾਗ ਵਿੱਚ ਗਏ, ਜਦੋਂ ਉੱਥੇ JCB ਮਸ਼ੀਨ ਲੱਗੀ ਵੇਖੀ, ਤੇ ਫਿਰ ਹੀ ਰੌਲਾ ਪਾਇਆ, ਤੇ ਫਿਰ JCB ਵਾਲੇ ਉੱਥੋਂ ਭੱਜੇ ਤੇ ਟਰਾਲੀਆਂ ਵਾਲੇ ਭੱਜੇ। ਮਤਲਬ ਕਾਰਪੋਰੇਸ਼ਨ ਦਾ ਤੇ ਇਹ ਜਿਹੜੇ ਅਧਿਕਾਰੀ ਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜੀ ਆ, ਉਹਨਾਂ ਦਾ ਆਹ ਵਤੀਰਾ ਵਾ ਕੰਪਨੀ ਬਾਗ ਪ੍ਰਤੀ। ਜਦੋਂ ਕਿ ਇਹ ਕੰਪਨੀ ਬਾਗ ਜਿਹੜਾ ਵਾ ਅੰਮ੍ਰਿਤਸਰ ਦਾ ਇੱਕ ਬਹੁਤ ਤਕੜੀ ਟੂਰਿਸਟ ਅਟਰੈਕਸ਼ਨ ਬਣ ਸਕਦਾ ਵਾ, ਜੇ ਇਸ ਨੂੰ ਪ੍ਰੋਪਰ ਢੰਗ ਨਾਲ, ਇਸ ਨੂੰ ਅੱਜ ਕੱਲ੍ਹ ਬਹੁਤ ਹੀ ਦੁਨੀਆ ਤੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਟੈਕਨੀਕਸ ਆ ਰਹੀਆਂ ਕਿ ਇਹਨਾਂ ਬਾਗਾਂ ਨੂੰ ਕਿਸ ਤਰ੍ਹਾਂ ਹਰਿਆ ਭਰਿਆ ਇੱਥੇ ਵੰਨ ਸੁਵੰਨੇ ਫੁੱਲ ਲਾ ਕੇ, ਫੁਹਾਰੇ ਲਾ ਕੇ, ਜਾਂ ਇਹ ਜੋ ਬੱਚਿਆਂ ਨੇ ਖੇਡਾਂ ਵਗੈਰਾ ਪਾ ਕੇ ਬਣ ਸਕਦਾ ਵਾ, ਤੇ ਇਹ ਟੂਰਿਸਟ ਸਪੌਟ ਬਣ ਸਕਦਾ ਵਾ। ਜੇ ਕਿਸੇ ਕੰਪਨੀ ਨੂੰ ਦਿੱਤਾ ਜਾਵੇ ਪ੍ਰਾਈਵੇਟ ਨੂੰ, ਤੇ ਇੱਥੋਂ ਆਮਦਨ ਬੜੀ ਹੋ ਸਕਦੀ ਆ, ਇਹਦੀ ਮੇਨਟੇਨੈਂਸ ਵੀ ਨਾਲ ਹੋ ਸਕਦੀ ਆ। ਹਾਂਜੀ, ਤੁਸੀਂ ਜਿਹੜਾ ਪੁਆਇੰਟ ਕੀਤਾ ਹੈ, ਹੁਣ ਕਾਫੀ ਲੋਕ ਜਿਹੜੇ ਟੂਰਿਸਟ ਆਉਂਦੇ ਨੇ, ਪੰਜਾਬ ਟੂਰਿਜ਼ਮ ਵੀ ਇੱਕ ਗੋਬਿੰਦਗੜ੍ਹ ਫੋਰਟ ਜਿਹੜਾ ਵਾ ਉਹ ਵੀ ਉਸਨੂੰ ਰੀਸਟੋਰ ਕੀਤਾ ਗਿਆ, ਤੇ ਇਹ ਕਾਫੀ ਰਿਪੋਰਟਸ, ਤੁਸੀਂ ਦਰਖਤਾਂ ਦੀ ਵੀ ਗੱਲ ਕੀਤੀ, ਕਾਫੀ ਰਿਪੋਰਟਸ ਵੀ ਆਉਂਦੀਆਂ ਰਹਿੰਦੀਆਂ ਮੀਡੀਆ ਵਿੱਚ ਕਿ ਟਰੀਜ਼ ਇਨ ਹਿਸਟੋਰਿਕ ਰਾਮ ਬਾਗ ਗਾਰਡਨ ਜਿਹੜੇ ਨੇ ਉਹ ਪੂਰਾ ਉਹਨਾਂ ਨੂੰ ਐਕਸਟੈਂਸ਼ਨ, ਉਹਨਾਂ ਨੂੰ ਧਿਆਨ ਨਹੀਂ ਦਿੱਤਾ ਗਿਆ। ਦੂਜੀ ਗੱਲ, ਡਿਓੜੀ ਜਿਹੜੀ ਹੈ, ਚਲੋ ਕਲੱਬ ਤੇ ਵੱਖਰੇ ਨੇ, ਪਰ ਜਿਹੜੀਆਂ ਬਿਲਡਿੰਗਸ ਬਣੀਆਂ ਨੇ, ਡਿਓੜੀ ਹੋ ਗਿਆ, ਸਮਰ ਪੈਲਸ ਹੋ ਗਿਆ, ਇਹਨਾਂ ਨੂੰ ਵੀ ਜਿਹੜਾ ਹੈ ਉਹ ਇਸ ਤਰ੍ਹਾਂ ਉਹਨਾਂ ਦੀ ਇੰਨੀ ਮਾੜੀ ਹਾਲਤ ਹੈ। ਅਸੀਂ ਪੜ੍ਹਦੇ ਰਹਿੰਦੇ ਹਾਂ, ਕਾਫੀ ਲੋਕ ਵਿਦੇਸ਼ ਵਿੱਚ ਵੀ ਕਾਫੀ ਜਗ੍ਹਾ ਨੇ ਜਿੱਥੇ ਬੁਰਾ ਹਾਲ ਹੈ, ਭਾਵੇਂ ਉਹ ਹਿਸਟੋਰਿਕ ਨੇ, ਵਿਰਾਸਤੀ ਬਿਲਡਿੰਗਾਂ ਵੀ ਨੇ, ਵਿਦੇਸ਼ ਵਿੱਚ ਜਾਈਏ ਉਹਨਾਂ ਨੇ ਸਾਰੀਆਂ ਸਾਂਭ ਕੇ ਰੱਖੀਆਂ ਨੇ। ਤੇ ਇਹਦੇ ਵਿੱਚ ਤੇ ਚਲੋ ਉਹਨਾਂ ਦਾ ਤਾਂ ਹੱਥ ਹੈ ਹੀ ਹੈ, ਹੋਰ ਜਿਹੜੇ ਉੱਥੇ ਇਲੀਗਲ ਜਿਹੜੀਆਂ ਕੰਸਟਰਕਸ਼ਨਸ ਵੀ ਹੋਈਆਂ ਨੇ, ਪਰ ਨਾਲ ਦੀ ਨਾਲ ਜਿਹੜੇ ਦਰਖਤ ਹੋ ਗਏ, ਹੋਰ ਹਿਸਟੋਰੀਕਲ ਜਗ੍ਹਾ ਹੋ ਗਈਆਂ। ਪਰ ਕੀ ਇਹ ਗੋਬਿੰਦਗੜ੍ਹ ਫੋਰਟ ਵਾਂਗੂ ਤੁਸੀਂ ਜਿਹੜੀ ਗੱਲ ਕੀਤੀ ਹੈ, ਉਹਦੇ ਵਾਂਗੂ ਜੇ ਇਸ ਨੂੰ ਵੀ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਵੇ, ਕੀ ਉਹ ਰੀਸਟੋਰ ਕਰਨਗੇ? ਇਹ ਕੀ ਕਾਰਨ ਨੇ ਹਾਲੇ ਤੱਕ ਪੂਰਾ ਰੀਸਟੋਰ ਨਹੀਂ ਹੋ ਸਕੇ?
ਵੇਖੋ ਨਾ, ਮੈਂ ਤੁਹਾਨੂੰ ਬੇਨਤੀ ਕਰ ਚੁੱਕਾ ਵਾਂ ਵੀ ਕਿਸੇ ਵੀ ਅੰਮ੍ਰਿਤਸਰ ਦਾ ਜਿਹੜਾ ਪੋਲੀਟੀਸ਼ੀਅਨ ਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ, ਕਾਰਪੋਰੇਸ਼ਨ ਆ, ਕਿਸੇ ਦਾ ਵੀ ਇਹਦੇ ਵੱਲ ਧਿਆਨ ਨਹੀਂ ਹੈਗਾ ਵੈਸੇ। ਪਰ ਇਸ ਤੁਸੀਂ ਕੋਰਟ ਕਰਕੇ ਵਿੱਚ ਵੀ ਗਏ ਇਹ ਕਿ ਬਾਗ 20 ਸਾਲ ਵਾਲੇ ਹਾਲੇ ਤੁਹਾਡੇ ਉੱਥੇ ਵੀ ਸੁਣਵਾਈ ਨਹੀਂ, ਤੇ ਏਐਸਆਈ ਨੇ ਜਿਹੜਾ ਇਹ ਨਵਾਂ ਬਣਾਇਆ ਉੱਥੇ ਪੈਨੋਰਮਾ, ਤੇ ਉਹ ਬਾਕੀ ਬਿਲਡਿੰਗਾਂ ਨੂੰ ਰੀਸਟੋਰ ਕਰ ਰਹੇ ਨੇ, ਕਿੰਨਾ ਕੁ ਟਾਈਮ ਲੱਗੇਗਾ ਹੋਰ? ਨਹੀਂ, ਬਿਲਡਿੰਗਾਂ ਲਗਭਗ ਰੀਸਟੋਰ ਹੈ ਸਿਵਾਏ ਇੱਕ ਡਿਊਟੀ ਤੋਂ। ਜਿਹੜੀ ਅੱਛਾ, ਇਹ ਅੱਛਾ। ਡਿਊਟੀ ਹੈਗੀ ਆ ਰਾਮਬਾਗ ਵਾਲੇ ਪਾਸੇ, ਉਹ ਰੀਸਟੋਰ ਆ। ਜਿਹੜਾ ਸਮਰ ਪੈਲੇਸ ਆ ਉਹ ਵੀ ਪੂਰੀ ਤਰ੍ਹਾਂ ਲਗਭਗ ਇਹ ਰੈਨੋਵੇਸ਼ਨ ਉਹਦੀ ਹੋ ਗਈ ਆ। ਸਿਰਫ ਆ ਮੇਰਾ ਖਿਆਲ ਜਿਹੜਾ ਕੋਡ ਆਫ ਕੰਡਕਟ ਲੱਗਾ, ਇਸ ਕਰਕੇ ਉਹਦਾ ਇਹ ਨਹੀਂ ਉਦਘਾਟਨ ਹੋ ਸਕਿਆ। ਤੇ ਇਸ ਤੋਂ ਇਲਾਵਾ ਜਿਹੜੇ ਟਾਵਰ ਆ ਉਹ ਵੀ ਹਾਲ ਤੇ ਠੀਕ ਆ। ਜਿਹੜੀ ਉਹਨਾਂ ਨੇ ਇਹ ਡਿਊਟੀ ਸਮਝ ਲਓ ਕਾਫੀ ਉਹਦਾ ਹਿੱਸਾ ਢੱਠ ਹੀ ਗਿਆ ਵਾ। ਵੈਸੇ ਉਹ ਜਿਹੜੀ ਇਹ ਸਰਵਿਸ ਕਲੱਬ ਕੋਲ ਸੀ, ਉਹ ਇਸ ਵੇਲੇ ਝਗੜਾ ਹੀ ਆ ਵੀ ਕਾਰਪੋਰੇਸ਼ਨ ਆਂਦੀ ਆ ਵੀ ਸਾਨੂੰ ਜੀ ਇਹਦਾ ਕਬਜ਼ਾ ਨਹੀਂ ਮਿਲਿਆ, ਤੇ ਏਐਸਆਈ ਦੇ ਸਾਨੂੰ ਕਾਰਪੋਰੇਸ਼ਨ ਨਹੀਂ ਦੇਣ ਦੀ। ਇਹਨਾਂ ਦੋਵਾਂ ਦੇ ਝਗੜੇ ਵਿੱਚ ਏਐਸਆਈ ਤੇ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਬਾਗ ਆ, ਇਹਦਾ ਸਤਿਆਨਾਸ਼ ਹੋ ਗਿਆ ਵਾ। ਇਸ ਕਰਕੇ ਜਿਹੜਾ ਤੁਸੀਂ ਹਾਂਜੀ ਦੱਸ ਹਾਂਜੀ ਰਹੇ ਕਿ ਅੰਮ੍ਰਿਤਸਰ ਵਿਕਾਸ ਇਹਨਾਂ ਨੂੰ ਹੁਣ 20 ਸਾਲ ਇੰਨਾ ਲੰਬਾ ਕੋਰਟ 'ਚ ਕੇਸ ਵੀ ਚੱਲ ਰਿਹਾ ਹੈ, ਤੇ ਚਲੋ ਇਹ ਮੈਟਰ ਸਬ ਜੁਡਿਸ ਹੈ, ਪਰ ਜਿਹੜੀਆਂ ਇਹਨੂੰ ਰੀਸਟੋਰ ਕਰਕੇ, ਤੇ ਮੈਂ ਸਾਰੇ ਜਿਹੜੇ ਸੁਣਨ ਵਾਲੇ ਨੇ, ਵੇਖਣ ਵਾਲੇ ਨੇ, ਅਸੀਂ ਆਬਵੀਅਸਲੀ ਸਾਡੀ ਕੋਸ਼ਿਸ਼ ਹੈ ਕਿ ਇਮਾਰਤਾਂ ਨੂੰ ਬਚਾਇਆ ਜਾਵੇ। ਤਰਨਤਾਰਨ ਸਾਹਿਬ ਵਿਖੇ ਜਦੋਂ ਡਿਉੜੀ ਤੋੜਨ ਲੱਗੇ ਸਨ, ਤੇ ਬਹੁਤ ਹੀ ਲੋਕਾਂ ਦੀ ਉਹਨਾਂ ਨੇ ਕੁਝ ਨੁਕਸਾਨ ਪਹੁੰਚਾਇਆ ਵੀ, ਤੇ ਕਿਸ ਤਰ੍ਹਾਂ ਸਾਰੀ ਸੰਗਤਾਂ ਨੇ ਸਾਂਝੇ ਤੌਰ ਤੇ ਇੱਕ ਆਵਾਜ਼ ਉਠਾਈ। ਤੇ ਜਿਹੜੀ ਤੁਸੀਂ ਦੱਸਿਆ ਹੈ ਕਿ ਡਿਉੜੀ ਜਿਹੜੀ ਵੀ ਪੈਲੇਸ ਦੀ ਹੈ, ਇਹਦੀ ਇੰਨੀ ਮਾੜੀ ਹਾਲਤ, ਤੇ ਹਾਲੇ ਵੀ ਜਿਹੜੇ ਸਾਡੇ ਲੋਕ ਨੇ ਕਿਸ ਤਰ੍ਹਾਂ ਵੀ ਅਜੇ ਅਵੇਅਰ ਨਹੀਂ ਹੋ ਰਹੇ, ਤੇ ਇਹ ਸਾਡੀ ਵਿਰਾਸਤ ਨੂੰ ਅਸੀਂ ਦੂਜਿਆਂ ਨੂੰ ਕੀ ਇਲਜ਼ਾਮ ਦੇਣਾ ਜੇ ਸਾਡੇ ਆਪਣੇ ਸ਼ਹਿਰ ਵਿੱਚ ਹੀ ਵਿਰਾਸਤ ਦਾ ਇਹ ਹਾਲ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਅਵੇਅਰਨੈਸ ਦੀ ਲੋੜ ਹੈ, ਜਾਂ ਕੋਈ ਗੇਟ ਵੀ ਸੀਗੇ ਜਿਹੜੇ ਅੰਮ੍ਰਿਤਸਰ ਦੇ ਜਦੋਂ ਆਉਂਦੇ ਨਾ, ਜਦੋਂ ਐਂਟਰ ਕਰੀਦਾ ਸ਼ਹਿਰ ਦੇ ਵਿੱਚ, ਤੇ ਕੀ ਕਾਰਨ ਨੇ ਇਹਦੇ? ਕੀ ਪ੍ਰਸ਼ਾਸਨ ਤੇ ਚਲੋ ਠੀਕ ਹੈ, ਪੋਲੀਟੀਕਲ ਵੀ ਜਿਹੜੇ ਉਹਨਾਂ ਦਾ ਧਿਆਨ ਨਹੀਂ ਹੈ, ਪਰ ਕੀ ਲੋਕਾਂ ਨੂੰ ਵੀ ਇਹਦੇ ਵਿੱਚ ਅਵੇਅਰਨੈਸ ਦੀ ਘਾਟ ਹੈ, ਜਾਂ ਕੀ ਕਾਰਨ ਨੇ? ਜੀ ਸਾਡੀ ਜੁਡੀਸ਼ਰੀ ਆ ਨਾ, ਇਸ ਦਾ ਵੀ ਕੋਈ ਸਾਨੂੰ ਇਹਦਾ ਬਹੁਤਾ ਭੇਦ ਨਹੀਂ ਲੱਗਦਾ। ਪਿੱਛੇ ਜੇ 2018 ਵਿੱਚ ਜਿਹੜੇ ਹਾਈ ਕੋਰਟ ਦੇ ਇੱਕ ਜੱਜ ਆਏ ਸੀ, ਇਹ ਚੀਫ ਜਸਟਿਸ, ਉਹਨਾਂ ਜਦੋਂ ਵੇਖਿਆ ਵੀ 2002 ਦਾ ਕੇਸ ਆ, ਤੇ ਹਾਲੇ ਤੱਕ ਇਹ ਮਤਲਬ ਇਹਦਾ ਕਿਸੇ ਪਾਸੇ ਲੱਗਾ ਨਹੀਂਗਾ, ਉਹਨਾਂ ਨੇ ਆਪ ਐਫਰਟਸ ਲੈ ਕੇ, ਤੇ ਜਿਹੜਾ ਏਐਸਆਈ ਆ ਤੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਹੈ, ਇਹਦੇ ਵਿੱਚ ਇੱਕ ਐਗਰੀਮੈਂਟ ਹੋਇਆ ਸੀ, ਜਿਸ ਵਿੱਚ ਵੱਖ-ਵੱਖ ਪੁਆਇੰਟ ਸੀ ਵੀ ਇਹਦੇ ਵਿੱਚ ਕੋਈ ਜਿਹੜੇ 4 ਵੀਲਰ ਆ ਵਹੀਕਲ 'ਚ ਨਹੀਂ ਜਾ ਸਕਦੇ, ਇੱਥੇ ਜਿਹੜੀ ਸ਼ਰਾਬ ਆ ਉਸ ਦੀ ਵਰਤੋਂ ਨਹੀਂ ਹੋ ਸਕਦੀ। ਤੇ ਉਹਨਾਂ ਨੇ ਕਾਫੀ ਇਹ ਜਿਹੜੇ ਪੁਆਇੰਟ ਦੱਸੇ ਸੀ, ਪਰੰਤੂ ਇਹ ਨਾਲ ਇਹ ਵੀ ਦੱਸਿਆ ਸੀ ਕਿ 5 ਸਾਲ ਦੇ ਵਿੱਚ ਸਟੈਪ ਵਾਈਜ਼ ਜਿਹੜੀ ਕਾਰਪੋਰੇਸ਼ਨ ਹੈ ਆਪਣੀ ਬਿਲਡਿੰਗਾਂ ਜਿਹੜੀਆਂ ਇੱਥੋਂ ਸ਼ਿਫਟ ਕਰੂਗੀ, ਤੇ 5 ਸਾਲ ਦੇ ਵਿੱਚ ਇਹ ਜਿਹੜਾ ਬਾਗ ਆ, ਇਹ ਸੋਰੇ ਦਾ ਸਾਰਾ ਹੀ ਬਾਗ ਜਿਹੜਾ ਵਾ ਇਹ ਆਪਣੇ ਕਾਰਪੋਰੇਸ਼ਨ ਦੇ ਹਵਾਲੇ ਕਰ ਦਿੱਤਾ ਜਾਊਗਾ। ਹੁਣ ਤੁਸੀਂ ਵੇਖੋ ਵੀ 3 ਸਾਲ ਤੋਂ ਵੱਧ ਸਮਾਂ ਹੋ ਗਿਆ ਵਾ। ਇਹ ਦਸੰਬਰ 18 ਚ ਇਹ ਸਮਝੌਤਾ ਹਾਈ ਕੋਰਟ 'ਚ ਜਿਹੜਾ ਸਬਮਿਟ ਕੀਤਾ ਗਿਆ ਵਾ ਏਐਸਆਈ ਵੱਲੋਂ ਤੇ ਜਿਹੜੀ ਕਾਰਪੋਰੇਸ਼ਨ ਦੇ ਕਮਿਸ਼ਨਰ ਵੱਲੋਂ, ਪਰ ਉਸ ਐਗਰੀਮੈਂਟ ਤੇ ਵੀ 1% ਵੀ ਅਮਲ ਜਿਹੜਾ ਸੀ ਉਹ ਨਹੀਂ ਹੋਇਆ। ਤੇ ਉਹਦੇ ਜਿਹੜਾ ਆਪਣੇ ਪੈਨੋਰਾਮਾ ਵਾ ਕੰਪਨੀ ਬਾਗ ਦੇ ਵਿੱਚ, ਹੁਣ ਵੇਖੋ ਉੱਥੇ ਕਰੋੜਾਂ ਰੁਪਏ ਗਵਰਨਮੈਂਟ ਨੇ ਲਾਏ ਆ। 4 ਏਕੜ ਜ਼ਮੀਨ ਵੀ ਕੰਪਨੀ ਬਾਗ ਦੀ ਜਿਹੜੀ ਇਹਨਾਂ ਨੇ ਉਹਦੇ ਵਿੱਚ ਇਹਨੂੰ ਬਣਾਇਆ ਵਾ, ਪਰੰਤੂ ਹਾਂਜੀ। ਉਹਦੀ ਵੀ ਕੋਈ ਇਹ ਟੂਰਿਸਟਾਂ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ, ਉਹਦੀ ਹਾਂਜੀ। ਕੋਈ ਕਿਸੇ ਦੀ ਐਡ ਨਹੀਂ ਦਿੱਤੀ ਜਾਂਦੀ। ਤੇ ਉਹਦੇ ਵਿੱਚ ਸਕੂਲਾਂ ਦੇ ਬੱਚੇ ਆ ਗਏ ਜਿਹੜੇ ਕਿ ਮਤਲਬ ਵੀ ਸੈਰ ਕਰਨ ਆਉਂਦੇ, ਕਦੀ ਇੱਕ ਦਾ ਟੂਰ ਲਾਉਣ ਆਉਂਦੇ ਆ, ਤੇ ਜਾਂ ਥੋੜੇ ਬਹੁਤੇ ਜਿਹੜੇ ਟੂਰਿਸਟ ਆਉਂਦੇ ਆ ਉਹਨਾਂ ਨੂੰ ਉਸ ਚੀਜ਼ ਦਾ ਪਤਾ ਵਾ, ਨਹੀਂ ਤੇ ਟੂਰਿਸਟਾਂ ਨੂੰ ਪਤਾ ਨਹੀਂਗਾ। ਹਾਲਾਂਕਿ ਬਹੁਤ ਸ਼ਾਨਦਾਰ ਪੈਨੋਰਾਮਾ ਵਾ। ਮਹਾਰਾਜੇ ਰਣਜੀਤ ਸਿੰਘ ਦੀ ਪੂਰੀ ਲਾਈਫ, ਉਹਦੀਆਂ ਬੈਟਲਸ, ਉਹਦੇ ਰਾਜ ਪ੍ਰਬੰਧ ਦੀ ਜਿਹੜੀ ਖਾਸੀਅਤਾਂ ਹੈਗੀਆਂ ਸੀ, ਲੋਕ ਪੱਖੀ, ਉਹ ਸਾਰੀਆਂ ਉਹਦੇ ਵਿੱਚ ਬੜੀਆਂ ਉਹਨਾਂ ਡਿਸਪਲੇ ਕੀਤੀਆਂ ਵਾ। ਪਰ ਇਹਦੀ ਜਾਣਕਾਰੀ ਨਾ ਹੋਣ ਕਰਕੇ ਟੂਰਿਸਟਾਂ ਨੂੰ, ਤੇ ਉਹ ਵੀ ਲਗਭਗ ਜਿਹੜਾ ਵਾ ਉਹ ਵਿਲਾ ਪਿਆ ਰਹਿੰਦਾ ਵਾ। ਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਉਹਦੇ ਵਿੱਚ ਪਹਿਲਾਂ ਹੁੰਦਾ ਸੀ ਵੀ ਕੋਈ ਜਿਹੜਾ ਟੂਰਿਸਟ ਆ ਜਾਂ ਦਰਸ਼ਕ ਆ ਉੱਥੇ ਜੁੱਤੀ ਪਾ ਕੇ ਨਹੀਂ ਜਾ ਸਕਦਾ, ਪਰੰਤੂ ਸਾਡੇ ਜਿਹੜੇ ਪਹਿਲੇ ਇਹ ਮੇਅਰ ਸੀ ਬਖਸ਼ੀ ਰਾਮ ਅਰੋੜਾ, ਤੇ ਹੋਣ ਵਾਲੇ ਮੇਅਰ ਆ, ਇਹਨਾਂ ਨੇ ਆਪਣਾ ਦਫ਼ਤਰ ਹੀ ਉਸ ਪੈਨੋਰਾਮਾ ਦੇ ਵਿੱਚ ਬਣਾਇਆ ਵਾ। ਤੇ ਉਹ ਜਿਹੜੀ ਜੁੱਤੀਆਂ ਲੰਘ ਜਾਣ ਵਾਲੀ ਗੱਲ ਸੀ ਵੀ ਉੱਥੇ ਵਿੱਚ ਘਟਾ ਨਾ ਜਾਵੇ, ਮਿੱਟੀ ਨਾ ਜਾਵੇ, ਕਿਉਂਕਿ ਉੱਥੇ ਬੜੀਆਂ ਕੀਮਤੀ ਚੀਜ਼ਾਂ ਪਈਆਂ ਵਾ, ਪਰੰਤੂ ਇਹਨਾਂ ਨੇ ਉਸ ਨੂੰ ਆਪਣੇ ਦਫ਼ਤਰ ਦੇ ਤੌਰ ਤੇ ਯੂਜ਼ ਕਰਨ ਡਿਆ। ਤੇ ਉਸ ਦੀ ਜਿਹੜੀ ਟੂਰਿਸਟਾਂ ਤੱਕ ਗੱਲ ਪਹੁੰਚਾਉਣ ਦੀ ਇਹਦੇ ਵੱਲ ਇਹਨਾਂ ਦਾ ਕੋਈ ਧਿਆਨ ਨਹੀਂਗਾ। ਮੇਰੇ ਕਹਿਣ ਦਾ ਮਤਲਬ ਆ ਇਹ ਕੰਪਨੀ ਬਾਗ ਜਿਹੜਾ ਵਾ ਫੁੱਲੀ ਇਗਨੋਰਡ ਆ। ਤੇ ਜਿਹੜੇ ਸ਼ਹਿਰ ਦੇ ਅਸਲ ਰਸੂਖ ਵਾਲੇ ਬੰਦੇ ਆ
ਜਾਂ ਪੋਲੀਟੀਸ਼ੀਅਨ ਆ, ਅਫਸਰ ਆ, ਉਹਨਾਂ ਦਾ ਇਹਦੇ ਤੇ ਆਪਣੀ ਪੂਰੀ ਮਨਮਰਜ਼ੀ ਦੇ ਨਾਲ ਇਸ ਨੂੰ ਵਰਤ ਰਹੇ ਆ। ਉਹਨਾਂ ਦੇ ਮਨ 'ਚ ਕੋਈ ਖਿਆਲ ਨਹੀਂ ਗੀ ਕਿ ਅੰਮ੍ਰਿਤਸਰ ਦਾ ਇਹ ਕਿੱਡੀ ਵੱਡੀ ਵਿਰਾਸਤੀ ਧਰੋਹਰ ਆ, ਇਹ ਕਿੱਡਾ ਸਾਡਾ ਇਤਿਹਾਸਕ ਇਹਦਾ ਇਹ ਸਾਡਾ ਬਾਗ ਆ। ਤੇ ਇਸ ਨੂੰ ਸਾਇੰਟਿਸਟ ਜਿਹੜੇ এনवायरमेंटਲਿਸਟ ਹੈਗੇ ਆ, ਉਹ ਤੇ ਕਹਿੰਦੇ ਆ ਵੀ ਅੰਮ੍ਰਿਤਸਰ ਦੇ ਫੇਫੜੇ ਆਏ। ਹਾਂਜੀ, ਪਰੰਤੂ ਬਹੁਤ ਨਹੀਂ, ਦੁੱਖ ਹੁੰਦਾ ਵਾ ਬਹੁਤ ਜਦੋਂ ਸਾਡਾ ਸੋ ਪ੍ਰਸ਼ਾਸਨ ਜਿਹੜਾ ਵਾ ਇਹੋ ਜਿਹੀ ਲਾਪਰਵਾਹੀ ਜਿਹੜੀ ਇਹ ਵਰਤ ਰਿਹਾ ਵਾ। ਸੋ ਅਸੀਂ ਬਹੁਤ ਦੁੱਖ ਵਾਲੀ ਗੱਲ ਹੈ ਕਿ ਇੱਕ ਇਤਿਹਾਸ ਅਸੀਂ ਗੱਲ ਕੀਤੀ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬਾਗ ਹੈ ਜਿਹੜਾ ਸ਼ਾਲੀਮਾਰ ਬਾਗ, ਤਸਵੀਰਾਂ ਵਿੱਚ ਦੇਖਿਆ ਹੈ ਕਿ ਉੱਥੇ ਬਹੁਤ ਵਧੀਆ ਤਰੀਕੇ ਨਾਲ ਉਸਨੂੰ ਮੇਨਟੇਨ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਪ੍ਰਿੰਸੀਪਲ ਸਾਹਿਬ ਨੇ ਦੱਸਿਆ। ਤੇ ਪਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਜੋ ਇਸ ਬਾਗ ਦੀ ਜੋ ਹਾਲਤ ਹੈ, ਰਾਮ ਬਾਗ, ਜਿਸ ਦਾ ਨਾਂ ਹੀ ਕੰਪਨੀ ਬਾਗ ਪੈ ਗਿਆ ਬਾਅਦ 'ਚ, ਸਾਡੇ ਬੱਚਿਆਂ ਦੇ ਸਾਡੇ ਸਾਰਿਆਂ ਦੇ ਮੂੰਹ ਤੇ ਕੰਪਨੀ ਬਾਗ ਹੀ ਚੜਿਆ ਹੈ। ਪਰ ਜੇ ਅਸੀਂ ਕਿਸੇ ਨੂੰ ਪੁੱਛਾਂਗਾ ਰਾਮ ਬਾਗ ਤੇ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਕਿ ਰਾਮ ਦੇ ਇਹ ਕਿਸ ਤਰ੍ਹਾਂ ਇਹ ਰਾਮ ਬਾਗ ਨਾਂ ਪਿਆ। ਇਹਦੇ ਵਿੱਚ ਘਾਟ ਜਿਹੜੀ ਹੈ ਕਾਫੀ ਲੋਕਾਂ ਨੂੰ ਜਿਹੜੀ ਵਿਰਾਸਤ ਦੀ ਵੀ ਹੈ, ਜਿਸ ਤਰ੍ਹਾਂ ਦੱਸ ਰਹੇ ਨੇ ਉਹਨਾਂ ਨੇ ਤੇ ਪੋਲੀਟੀਸ਼ੀਅਨ ਨੇ ਕੀਤਾ ਹੈ, ਪਰ ਲੋਕਾਂ ਨੂੰ ਅਵੇਅਰ ਕਰਕੇ ਜਾਂ ਜਿਹੜੇ ਸਾਰੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਵੀ, ਜਿਸ ਤਰ੍ਹਾਂ ਅਸੀਂ ਵੀ ਭਾਵੇਂ ਉੱਥੇ ਸੀਗੇ ਕਾਰਾਂ ਲੈ ਕੇ ਜਾਂ ਕਿਸ ਤਰ੍ਹਾਂ ਲੋਕ ਦੇਖਿਆ, ਆਮ ਦੇਖਣ ਨੂੰ ਮਿਲਦਾ ਹੈ ਕਿ ਲੋਕ ਉੱਥੇ ਘੁੰਮ ਰਹੇ ਹੁੰਦੇ ਨੇ ਤੇ ਉੱਥੇ ਕਲੱਬ ਵੀ ਜਿਹੜੇ ਬਣੇ ਨੇ। ਕੀ ਉਹ ਮਹਾਰਾਜਾ ਜਿਹੜੇ ਨੇ ਸਮਰ ਪੈਲੇਸ ਉਹ ਸਿਰਫ ਗਰਮੀਆਂ ਦੀ ਛੁੱਟੀਆਂ ਵਿੱਚ ਉਹਨਾਂ ਦਾ ਮੇਨ ਸੀ ਜੋ ਇਤਿਹਾਸ ਕਹਿੰਦਾ ਹੈ, ਤੇ ਜਿਹੜਾ ਸ਼ਾਲੀਮਾਰ ਬਾਗ ਹੈ ਉਹ ਉੱਥੇ ਉਹ ਕਿਸ ਤਰ੍ਹਾਂ ਜੋ ਇਤਿਹਾਸ ਵਿੱਚ ਆਂਦਾ ਹੈ, ਜ਼ਿਆਦਾ ਟਾਈਮ ਸਮਾਂ ਇੱਥੇ ਸਪੈਂਡ ਕਰਦੇ ਸੀ ਕਿ ਉੱਥੇ ਕਰਦੇ ਸੀ? ਨਹੀਂ, ਮੁੱਖ ਰਾਜਧਾਨੀ ਉਹਨਾਂ ਦੀ ਲਾਹੌਰ ਸੀ। ਲਾਹੌਰ ਸੀਗੀ। ਹਾਂਜੀ, ਤੇ ਹਾਂਜੀ। ਇੱਥੇ ਜਿਸ ਤਰ੍ਹਾਂ ਇਹ ਕੋਈ ਦਿਨ ਦਿਹਾੜ ਆਉਣਾ, ਵਿਸਾਖੀ ਆਉਣੀ, ਦੀਵਾਲੀ ਆਉਣੀ, ਹਾਂਜੀ, ਜਾਂ ਸਰਬੱਤ ਖਾਲਸਾ ਹੋਣਾ ਵਗੈਰਾ ਹੋਣਾ, ਤੇ ਜਾਂ ਉਹਨਾਂ ਦਾ ਜੋ ਜੀ ਕਰਨਾ ਮੱਸਿਆ ਤੇ ਸੰਗਰਾਂਦ ਤੇ ਜਾਂ ਕਿਸੇ ਦਿਨ ਦਿਹਾੜ ਤੇ ਆਪਣੇ ਪਰਿਵਾਰ ਦੇ ਕਿਸੇ ਜੀ ਦੀ ਖੁਸ਼ੀ ਵਾਸਤੇ, ਤੇ ਜਾਂ ਜਦੋਂ ਉਹਨਾਂ ਵੇਖਣਾ ਵੀ ਮੈਂ ਅੰਮ੍ਰਿਤਸਰ ਜਾ ਕੇ ਉੱਥੋਂ ਦਾ ਪ੍ਰਬੰਧ ਵੇਖਣਾ ਵਾ, ਉੱਥੋਂ ਦਾ ਲਾ ਐਂਡ ਆਰਡਰ ਵੇਖਣਾ ਵਾ, ਤੇ ਜਾਂ ਜੋ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਹੋ ਰਹੀ ਆ ਉੱਥੇ ਜਾਣਾ ਵਾ, ਤੇ ਉਹ ਅਕਸਰ ਹੀ ਇੱਥੇ ਅੰਮ੍ਰਿਤਸਰ ਆਉਂਦੇ ਸੀ। ਸਮੀਪ ਜੀ, ਮੈਂ ਤੁਹਾਨੂੰ ਦੱਸਾਂ, ਸ੍ਰੀਨਗਰ ਜਿਹੜਾ ਸ਼ਹਿਰ ਆ ਜੰਮੂ ਕਸ਼ਮੀਰ ਦਾ, ਸ੍ਰੀਨਗਰ ਤੇ ਅੰਮ੍ਰਿਤਸਰ ਵਿੱਚ ਬਹੁਤਾ ਫਰਕ ਨਹੀਂ ਹੈਗਾ। ਉੱਥੇ ਵੀ ਇਹੋ ਜਿਹਾ ਭੀੜ ਭੜੱਕਾ, ਉੱਥੇ ਵੀ ਇਹੋ ਜਿਹਾ ਮੌਸਮ, ਪਰੰਤੂ ਉੱਥੇ ਜਿਹੜੀ ਮੇਨ ਅਟਰੈਕਸ਼ਨ ਹੈਗੀ ਉਹ ਹੈਗੀ ਡਲ ਲੇਕ, ਹਾਂਜੀ। ਡਲ ਝੀਲ। ਤੇ ਡਲ ਝੀਲ ਦੇ ਕਿਨਾਰੇ ਤੇ ਬਣੇ ਆ ਉੱਥੇ ਸ਼ਾਲੀਮਾਰ ਬਾਗ, ਨਿਸ਼ਾਤ ਬਾਗ ਤੇ ਇੱਕ ਹੋਰ ਬਾਗ ਆ। ਉਹ ਜਿਹੜੀਆਂ ਤਿੰਨ ਚੀਜ਼ਾਂ ਨਾਲ ਉੱਥੇ ਬਾਗ ਤੇ ਡਲ ਲੇਕ ਆ, ਇਹ ਇੱਥੇ ਸ੍ਰੀਨਗਰ ਦੀ ਇਹ ਮੇਨ ਅਟਰੈਕਸ਼ਨ ਹੈਗੀ ਆ, ਜਿੱਥੇ ਕਿ ਟੂਰਿਸਟ ਆਮ ਤੌਰ ਤੇ ਜਾ ਕੇ ਤੇ ਇੰਜੋਏ ਕਰਦੇ ਆ। ਹੁਣ ਅੰਮ੍ਰਿਤਸਰ ਦੇ ਵਿੱਚ ਵੇਖੋ ਇਹ ਕਿਲ੍ਹਾ ਗੋਬਿੰਦਗੜ੍ਹ, ਇਸੇ ਤਰ੍ਹਾਂ ਆੜਾ ਕੰਪਨੀ ਬਾਗ ਆ, ਇਹ ਹਰਿਮੰਦਰ ਸਾਹਿਬ ਤੋਂ ਤੇ ਜਲਿਆਂਵਾਲੇ ਬਾਗ ਤੋਂ ਬਾਅਦ ਇਹ ਸਾਡੀਆਂ ਚੀਜ਼ਾਂ ਵਾ ਜਿਹੜੀਆਂ ਕਿ ਟੂਰਿਸਟ ਅਟਰੈਕਸ਼ਨ ਹੋ ਸਕਦੀਆਂ ਵਾ। ਹਾਂ, ਤੇ ਸਿਰਫ ਪਰੰਤੂ ਇਹ 4-5 ਕਿਲੋਮੀਟਰ ਹੀ ਹੋਏਗਾ ਜਿਹੜੇ ਏਰੀਆ 'ਚ ਹੋਣਗੇ। ਇਹ ਉੱਥੇ ਸ੍ਰੀਨਗਰ ਨਹੀਂ, ਇਹ ਜਿਹੜਾ ਰਾਮ ਬਾਗ ਹੈ ਇਹ ਜਲਿਆਂਵਾਲੇ ਬਾਗ ਤੋਂ ਤਕਰੀਬਨ 5-7 ਕਿਲੋਮੀਟਰ ਹੀ ਹੈ ਨਾ? ਨਾ ਮਹਾ 2 ਕਿਲੋਮੀਟਰ, ਉਹ ਸਿਰਫ 2 ਕਿਲੋਮੀਟਰ। ਮਸਾਂ ਹੀ 2 ਕਿਲੋਮੀਟਰ, 2 ਕਿਲੋਮੀਟਰ ਅੰਦਰ ਅੰਦਰ ਹੀ 2 ਕਿਲੋਮੀਟਰ ਦੇ ਵਿੱਚ ਹੀ ਆ। ਹਾਂਜੀ, ਹਾਂ। ਤੇ ਇਹ ਇਸ ਕਰਕੇ ਸ਼ਹਿਰ ਦੀਆਂ ਹੋਰ ਵੀ ਮਹਾਰਾਜੇ ਦੀਆਂ ਬੜੀਆਂ ਇੱਥੇ ਵਿਰਾਸਤਾਂ ਹੈਗੀਆਂ, ਜਿਸ ਤਰ੍ਹਾਂ ਉਹਦਾ ਇੱਥੇ ਇੱਕ ਟਕਸਾਲ ਹੁੰਦੀ ਸੀ, ਹਾਂ, ਜਾਂ ਹਾਥੀਖਾਨਾ ਹੁੰਦਾ ਸੀ। ਸਾਰੀਆਂ ਚੀਜ਼ਾਂ ਜਿਹੜੀਆਂ ਵਾ ਫੁੱਲੀ ਇਗਨੋਰਡ ਆ। ਇਹ ਕੱਲਾ ਰਾਮ ਬਾਗ ਨਹੀਂ, ਇਹ ਸਾਡੇ ਜਿਹੜੇ ਇਹ ਹਲੇ ਕਾਬਜ ਆ ਸਾਡੀ ਸਤ੍ਹਾ ਦੇ ਲੋਕ, ਉਹਨਾਂ ਦੀ ਜਾਂ ਤੇ ਨਹੀਂ ਸੂਝ ਨਹੀਂ ਹੈਗੀ, ਤੇ ਜਾਂ ਉਹਨਾਂ ਨੂੰ ਸਮਝ ਨਹੀਂ ਹੈਗੀ, ਤੇ ਜਾਂ ਉਹਨਾਂ ਦਾ ਧਿਆਨ ਸਿਰਫ ਆਪਣੇ ਇਹ ਪਾਵਰ ਵੱਲ ਹੀ ਆ। ਸ਼ਹਿਰ ਦੀ ਵਿਰਾਸਤ ਤੇ ਸ਼ਹਿਰ ਦਾ ਇਤਿਹਾਸ, ਇਸ ਨੂੰ ਦੁਨੀਆ ਸਾਹਮਣੇ ਕਿਸ ਤਰ੍ਹਾਂ ਪੇਸ਼ ਕਰਨਾ ਵਾ, ਇਸ ਪਾਸੇ ਇਹਨਾਂ ਦੀ ਕੋਈ ਵੀ ਇਹ ਵਿਜ਼ਨ ਨਹੀਂ ਹੈਗੀ, ਚਾਹੇ ਚਲੋ ਦੂਰਦ੍ਰਿਸ਼ਟੀ ਇਹਨਾਂ ਦੀ ਨਹੀਂ ਹੈਗੀ। ਤੇ ਇਹ ਇਸ ਜਿਹੜੀ ਕਰਕੇ ਇਹ ਜਿਹੜੀ ਹੈਰੀਟੇਜ ਹਾਂ, ਸਟਰੀਟ ਹੁਣ ਦੇਖਿਆ ਸੋ ਸਾਰਾ ਕੁਝ ਖਤਮ ਹੋ ਜਾਂਦਾ ਹੈ, ਫਿਰ ਕਰੋੜਾਂ ਰੁਪਏ ਲਾ ਕੇ ਤੇ ਹੋਰ ਚੀਜ਼ਾਂ ਨੂੰ ਦਿੱਖ ਜਿਹੜੀ ਹੈ ਡਿਫਰੈਂਟ ਟਾਈਪ ਦੇ ਕੇ ਤੇ ਫਿਰ ਤੋਂ ਉਹਨੂੰ ਬਣਾਇਆ ਜਾਂਦਾ ਹੈ। ਪਰ ਜਿਹੜੀ ਇੱਕ ਓਰੀਜਨਲ ਅਸੀਂ ਨਾਨਕਸ਼ਾਹੀ ਇੱਟਾਂ ਜਾਂ ਹੋਰ ਗੱਲ ਕਰਦੇ ਹਾਂ ਪੁਰਾਣਾ, ਉਸ ਨੂੰ ਉਹਨਾਂ ਨੇ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਜਿਹੜੀ ਓਰੀਜਨਲ ਚੀਜ਼ ਬਣੀ ਹੋਈ ਹੈ, ਇਹ ਤੁਸੀਂ ਦੱਸ ਰਹੇ ਹੋ ਕਿ ਉਹਦੀ ਤਰਸਯੋਗ ਜਿਹੜੀ ਹਾਲਤ ਹੈ, ਤੇ ਉਹ ਵੀ ਉਸ ਮਹਾਰਾਜੇ ਦੀ ਜਿਸ ਦੀ ਅੱਜ ਕੱਲ੍ਹ ਗੱਲਾਂ ਭਾਵੇਂ ਇੰਗਲੈਂਡ ਹੋਵੇ, UK, ਜਿੱਥੇ ਵੀ ਹੋਵੇ, ਉੱਥੇ ਵੀ ਗੱਲਾਂ ਹੁੰਦੀਆਂ ਨੇ, ਉੱਥੇ ਬੁੱਤ ਲਾਏ ਜਾਂਦੇ ਨੇ, ਤੇ ਇਤਿਹਾਸ ਵਿਦੇਸ਼ ਵਿੱਚ ਸਾਂਭਿਆ ਗਿਆ ਵਾ। ਪਰ ਉੱਥੇ ਵਿਦੇਸ਼ ਤੋਂ ਲੋਕਾਂ ਦੀ ਕੋਸ਼ਿਸ਼ ਵੀ ਹੈ, ਕਿਤਾਬਾਂ ਵੀ ਲਿਖੀਆਂ ਜਾ ਰਹੀਆਂ ਹੈ ਕਿ ਵੱਧ ਤੋਂ ਵੱਧ ਵਿਰਾਸਤ ਨੂੰ ਜਿਹੜਾ ਹੈ ਉਹ ਸਾਂਭਿਆ ਜਾਵੇ, ਡਾਕੂਮੈਂਟ ਕੀਤਾ ਜਾਵੇ, ਤੇ ਜਿਹੜੇ ਸਾਡੇ ਅਗਾਂਹ ਜਨਰੇਸ਼ਨਸ ਨੇ ਉਹਨਾਂ ਲਈ ਵੀ ਜਿਹੜੀ ਹੈ ਇਹ ਉਹਨਾਂ ਲਈ ਪਤਾ ਲੱਗੇ, ਯਾਦਗਾਰ ਰਹੇ।
ਤੇ ਜਿਸ ਤਰ੍ਹਾਂ ਗੋਬਿੰਦਗੜ੍ਹ ਫੋਰਟ ਜਿਹੜਾ ਹੈ ਉਹ ਵੀ ਮਹਾਰਾਜਾ ਦਾ ਜਿਹੜਾ ਇੱਥੇ ਕਿਲ੍ਹਾ ਸੀਗਾ ਉਹਨਾਂ ਨੂੰ ਬੜੀ ਵਧੀਆ ਉਹਨਾਂ ਨੇ ਰੀਸਟੋਰ ਕੀਤਾ ਤੇ ਨਾਲ ਪਰ ਹੁਣ ਉੱਥੇ ਵਿਜ਼ਿਟਰ ਵੀ ਆਉਂਦੇ ਨੇ। ਪਰ ਇਸ ਲਈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਜੇ ਭਾਵੇਂ ਤੁਸੀਂ ਕੋਰਟ ਦੀ ਵੀ ਗੱਲ ਕੀਤੀ ਹੈ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ, ਪਰ ਹਾਲੇ ਤੱਕ ਤੁਹਾਨੂੰ ਇਹਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਕੀ ਲੱਗਦਾ ਹੈ ਕਿ ਜਿਹੜੀ ਇਹ ਸਮਰ ਪੈਲੇਸ ਦਾ ਹੁਣ ਇਲੈਕਸ਼ਨ, ਅਸੀਂ ਬਹੁਤੀ ਗੱਲ ਚਲੋ ਠੀਕ ਹੈ ਇਲੈਕਸ਼ਨ ਵੀ ਆ ਰਹੀ ਹੈ, ਕੀ ਵਿਰਾਸਤ ਨੂੰ ਸਾਂਭਣਾ, ਗੱਲ ਕਰ ਰਹੇ ਹਾਂ ਪਾਣੀਆਂ ਦੀ ਵੀ, ਪਾਣੀ ਵੀ ਪੋਲਿਊਟਿਡ ਹੋ ਰਿਹਾ ਹੈ, ਕੋਈ ਇਲੈਕਸ਼ਨ ਪਾਰਟੀਆਂ ਪਿੱਛੇ ਜੇ ਆਇਆ ਵੀ ਸੀ, ਕੋਈ ਮੈਨੀਫੈਸਟੋ ਜਾਂ ਕੱਢ ਰਹੇ ਨੇ, ਕੀ ਵਿਰਾਸਤ ਨੂੰ ਸਾਂਭਣਾ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਹੁਣ ਕਿਸੇ ਪਾਰਟੀ ਨੇ ਜਾਂ ਕਿਸ ਤਰ੍ਹਾਂ ਵੀ ਹੈ ਮੈਨੀਫੈਸਟੋ ਵਿੱਚ ਜਾਂ ਇਹ ਕਿਹਾ ਵਾ ਕਿ ਅਸੀਂ ਆਪਣਾ ਜਿਹੜਾ ਇਤਿਹਾਸ ਹੈ ਇਹਨਾਂ ਨੂੰ ਰੀਸਟੋਰ ਕਰਾਂਗੇ, ਜਾਂ ਇਸ ਪਾਸੇ ਕਿਸੇ ਵੀ ਦਾ ਵੀ ਧਿਆਨ ਹੈਗਾ ਜਿਹੜਾ ਤੁਹਾਡੀ ਨਜ਼ਰ 'ਚ ਆਇਆ ਹੋਵੇ? ਸਮੀਪ ਜੀ, ਮੈਂ ਤੁਹਾਡੇ ਧਿਆਨ 'ਚ ਨਾ ਇੱਕ ਬੜੀ ਹੀ ਮਹੱਤਵਪੂਰਨ ਇਹ ਗੱਲ ਲਿਆਉਣ ਲੱਗਾ ਵਾਂ। ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ, ਜਿਨ੍ਹਾਂ ਨੇ ਹਿੰਦੁਸਤਾਨ ਦੀ ਸਾਰੀ ਸੰਸਕ੍ਰਿਤੀ ਦੀ ਰਾਖੀ ਵਾਸਤੇ, ਹਿੰਦੂ ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਸੀ, ਉਹਨਾਂ ਦਾ 2021 ਚ ਜਿਹੜਾ ਸਾਲ ਲੰਘ ਕੇ ਗਿਆ ਵਾ, ਉਦੋਂ ਇਹਨਾਂ ਦਾ 400 ਸਾਲਾ ਪ੍ਰਕਾਸ਼ ਉਤਸਵ ਸੀ। ਹਾਂਜੀ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਹਰਿਮੰਦਰ ਸਾਹਿਬ ਤੋਂ ਹਾਰਡਲੀ ਤੁਸੀਂ ਕਹਿ ਸਕਦੇ ਵੀ 100 ਮੀਟਰ ਦੂਰ ਆ ਇਹ ਗੁਰੂ ਕੇ ਮਹਿਲ। ਹਾਂਜੀ। ਜਦੋਂ ਗੁਰੂ ਰਾਮਦਾਸ ਜੀ ਨੇ ਨਗਰੀ ਵਸਾਈ ਸੀ ਨਾ, ਤਾਂ ਉਹਨਾਂ ਨੇ ਆਪਣੇ ਰਿਹਾਇਸ਼ ਵਾਸਤੇ ਇਹ ਜਿਹੜੇ ਮਕਾਨ ਤਿਆਰ ਕੀਤੇ ਸੀ, ਉਹਨਾਂ ਨੂੰ ਸੰਗਤਾਂ ਗੁਰੂ ਕੇ ਮਹਿਲ ਦੇ ਨਾਲ ਸਤਿਕਾਰ ਦਿੰਦੀਆਂ ਵਾ। ਤੇ ਉੱਥੇ ਹੀ ਗੁਰੂ ਰਾਮਦਾਸ ਜੀ, ਉੱਥੇ ਹੀ ਗੁਰੂ ਅਰਜਨ ਦੇਵ ਜੀ, ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਨਿਵਾਸ ਕਰਦੇ ਰਹੇ ਆ। ਤੇ ਇੱਥੇ ਹੀ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇੱਥੇ ਪ੍ਰਕਾਸ਼ ਹੋਇਆ ਸੀ, ਜਿਨ੍ਹਾਂ ਦੇ 400 ਸਾਲਾ ਅਸੀਂ ਮਨਾ ਰਹੇ ਹਾਂ। ਇਹ ਠੀਕ ਆ ਵੀ ਇੱਥੇ ਕੋਵਿਡ ਵੀ ਆਇਆ, ਪਰ ਕੋਵਿਡ ਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਸੀ ਉਹ ਇਹ ਜਿਹੜੀਆਂ ਅਸੀਂ ਆਪਾਂ ਠੱਪ ਨਹੀਂ ਹੋ ਕੇ ਰਹਿ ਗਈਆਂ। ਅਸੀਂ ਕਾਰਪੋਰੇਸ਼ਨ ਦੇ ਵਿੱਚ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਤੱਕ, ਸਰਦਾਰ ਹਰਦੀਪ ਸਿੰਘ ਪੁਰੀ ਤੱਕ ਇਹ ਗੱਲ ਪਹੁੰਚਾਈ ਕਿ ਗੁਰੂ ਕੇ ਮਹਿਲ ਤੱਕ ਜਿਹੜੇ ਰਸਤੇ ਜਾਂਦੇ ਆ, ਇਸ ਵੇਲੇ ਅੰਮ੍ਰਿਤਸਰ ਜਿਹੜਾ ਨਾ ਇਹ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਹੈਗਾ ਵਾ। ਇਸ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਕੁਝ ਜਿਹੜੀਆਂ ਨਾ ਉਹ ਡਿਵੈਲਪ ਹੋ ਰਹੀਆਂ ਵਾ ਹੈਰੀਟੇਜ ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ। ਅਸੀਂ ਉਹਨਾਂ ਨੂੰ ਬੜੀ ਬੇਨਤੀ ਕੀਤੀ, ਲਿਖਤੀ ਸਾਲ ਪਹਿਲਾਂ ਲਿਖਤੀ ਬੇਨਤੀ ਕਰਤੀ ਸੀ। ਉਹਨਾਂ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ 2021 ਚ ਆਇਆ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪ੍ਰਕਾਸ਼ ਸੀ ਨਾ 1 ਅਪ੍ਰੈਲ 1621 ਨੂੰ ਹੋਇਆ ਸੀ, ਤੇ ਇਹ 2021 ਚ ਆਇਆ ਸੀ। ਤੇ ਅਸੀਂ 2020 ਵਿੱਚ ਹੀ ਉਹਨਾਂ ਨੂੰ ਕਹਿਤਾ ਵੀ ਤੁਹਾਡੇ ਕੋਲ ਫੰਡਸ ਹੈਗੇ ਆ, ਤੁਹਾਡੇ ਕੋਲ ਪ੍ਰੋਜੈਕਟ ਹੈਗਾ ਵਾ, ਤੇ ਜਿਹੜੀ ਸਰਕੂਲਰ ਰੋਡ ਹੈਗੀ ਅੰਮ੍ਰਿਤਸਰ ਦੀ, ਇਹਦੇ ਘਿਓ ਮੰਡੀ ਚੌਂਕ ਤੋਂ, ਮਾਹ ਸਿੰਘ ਗੇਟ ਤੋਂ, ਸ਼ੇਰਾਂ ਵਾਲੇ ਗੇਟ ਤੋਂ ਜਿਹੜੇ ਰਸਤੇ ਜਾਂਦੇ ਆ ਹਰਿਮੰਦਰ ਸਾਹਿਬ ਨੂੰ, ਤੇ ਹਰਿਮੰਦਰ ਸਾਹਿਬ ਤੋਂ ਜਾਂਦੇ ਮੁੜ ਕੇ ਗਾਂ ਗੁਰੂ ਕੇ ਮਹਿਲ ਨੂੰ, ਇਹਨਾਂ ਨੂੰ ਉਸ ਪ੍ਰੋਜੈਕਟ ਅਧੀਨ ਜਿਹੜਾ ਵਾ ਸ਼ਾਨਦਾਰ ਦਿੱਖ ਦਿੱਤੀ ਜਾਵੇ। ਤੇ ਇਹ ਤੁਹਾਡੀ ਜਿਹੜੀ ਆ ਨਾ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੀ ਇੱਕ ਸ਼ਰਧਾਂਜਲੀ ਹੋਊਗੀ। ਪਰੰਤੂ ਤੁਸੀਂ ਹੈਰਾਨ ਹੋ ਜਾਓਗੇ ਵੀ ਕਾਰਪੋਰੇਸ਼ਨ ਜਿਹੜੀ ਹੈਗੀ ਸੀ ਕਮਿਸ਼ਨਰ, ਉਹਦੇ ਨਾਲ ਅਸੀਂ ਮੀਟਿੰਗਾਂ ਕੀਤੀਆਂ, ਹਰਦੀਪ ਸਿੰਘ ਪੁਰੀ ਨੂੰ ਮੇਲਾਂ ਕੀਤੀਆਂ, ਉਹਦੇ ਤੱਕ ਸਾਰੀ ਗੱਲਾਂ ਪਹੁੰਚਾਈਆਂ, ਪਰੰਤੂ ਇੱਕ ਦੀਵਾਨੀ ਦਾ ਉਸ ਗੁਰੂ ਕੇ ਮਹਿਲ ਦੇ ਲਾਗੇ ਛਾਗੇ ਇਸ ਕਾਰਪੋਰੇਸ਼ਨ ਨੇ ਕੰਮ ਨਹੀਂ ਕੀਤਾ। ਕਹਿਣ ਨੂੰ ਤਾਂ ਬੜੇ ਦਮਗਜੇ ਮਾਰਦੇ ਆ, ਵੇਖੋ ਜੀ ਉਹਨਾਂ ਹਿੰਦੁਸਤਾਨ ਦੀ ਸੰਸਕ੍ਰਿਤੀ ਬਚਾਈ, ਉਹਨਾਂ ਨੇ ਸਾਡਾ ਹਿੰਦੂ ਧਰਮ ਬਚਾਇਆ, ਉਹਨਾਂ ਨੇ ਇਹ ਕੀਤਾ ਉਹ ਕੀਤਾ, ਇਹੋ ਜਿਹੀ ਗੱਲਾਂ ਬੜੀਆਂ ਕਰਦੇ ਆ। ਪਰ ਪ੍ਰੈਕਟੀਕਲ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਪ੍ਰਕਾਸ਼ ਸਥਾਨ ਆ, ਉਹਦੀ ਡਿਵੈਲਪਮੈਂਟ ਵਾਸਤੇ, ਉਹਦੇ ਜਾਂਦੇ ਰਸਤਿਆਂ ਨੂੰ ਸੁੰਦਰ ਬਣਾਉਣ ਵਾਸਤੇ, ਉੱਥੇ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਮੀਂਹ ਵਰਦਾ ਵਾ ਤੇ ਸੀਵਰ ਜਿਹੜਾ ਓਵਰਫਲੋ ਹੋ ਜਾਂਦਾ ਤੇ ਗਲੀਆਂ 'ਚ ਸੀਵਰ ਵਾਲਾ ਪਾਣੀ ਤੁਰਿਆ ਫਿਰਦਾ। ਹਾਂਜੀ, ਅਸੀਂ ਦੇਖੀਆਂ ਤਸਵੀਰਾਂ। ਇਹੋ ਨਹੀਂ ਹੈਰੀਟੇਜ ਸਟਰੀਟ ਜਿਹੜੀ ਜਿਹਨੂੰ ਕਹਿੰਦੇ ਨੇ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ, ਉਹ ਵੀ ਮੀਂਹ ਪੈ ਜੇ ਤੇ ਬਹੁਤ ਇਹ ਤਸਵੀਰਾਂ ਵਾਇਰਲ ਵੀ ਹੁੰਦੀਆਂ ਨੇ, ਸਾਰੇ ਆਉਂਦੀਆਂ ਨੇ, ਕਿੱਦਾਂ ਪਾਣੀ ਖੜਾ ਹੁੰਦਾ ਹੈ। ਸੋ ਤੁਸੀਂ ਬੜਾ ਵਧੀਆ ਦੱਸਿਆ ਕਿ ਉੱਥੋਂ ਦਾ ਵੀ 400 ਸਾਲਾਂ ਵੇਲੇ ਵੀ ਜੇ ਗੁਰੂ ਕੇ ਮਹਿਲ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ ਉਹ ਉੱਥੇ ਜਾ ਕੇ ਦਰਸ਼ਨ ਕਰ ਸਕਦੀਆਂ ਨੇ, ਪਰ ਲੱਗਦਾ ਨਹੀਂ ਹੈ ਕਿ ਜਦੋਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਪੂਰਾ ਇਹ ਜਿਹੜਾ ਹੈ ਪਤਾ ਹੋਵੇ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਗਾਂ ਕੋਈ ਸਰਕਾਰ ਜਾਂ ਕੋਈ, ਹੁਣ ਇਲੈਕਸ਼ਨ ਵੀ ਆ ਰਹੀ, ਕੋਈ ਤੁਹਾਡੀ ਇਸ ਗੱਲ ਨੂੰ, ਵਿਰਾਸਤ ਨੂੰ ਬਚਾਉਣ ਵੱਲ, ਭਾਵੇਂ SGPC ਹੈ, ਚਲੋ ਸ਼੍ਰੋਮਣੀ ਕਮੇਟੀ ਦਾ ਇਹਦੇ ਵਿੱਚ ਕਾਰਪੋਰੇਸ਼ਨ ਦੇ ਆਲੇ ਦੁਆਲੇ ਕਿੰਨਾ ਕੁ ਹੱਥ ਹੈ ਜਾਂ ਉਹ ਕੀ ਕਰ ਸਕਦੇ ਨੇ, ਤੇ ਨਾਲ ਦੀ ਨਾਲ ਸਮਾਂ ਤੇ ਚਲੋ ਸਾਡਾ ਹੁਣ ਕਾਫੀ ਹੋ ਗਿਆ ਹੈ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਜਿਹੜੀ ਅੰਮ੍ਰਿਤਸਰ ਦੀ ਆਪਣੇ ਲੋਕ ਨੇ ਜਿਹੜੇ, ਜਾਂ ਵਿਦੇਸ਼ ਤੋਂ ਲੋਕ ਕਿਸ ਤਰ੍ਹਾਂ, ਜੇਕਰ ਕੁਝ ਚਾਹਣ ਜਾਂ ਕਿਸ ਤਰ੍ਹਾਂ ਇਸ ਵਿੱਚ ਯੋਗਦਾਨ ਪਾ ਸਕਦੇ ਨੇ, ਤੇ ਜਾਂ ਹੁਣ ਇਲੈਕਸ਼ਨ ਤੋਂ ਬਾਅਦ ਜਾਂ ਕੋਈ ਪਾਰਟੀ ਹੈ ਜਿਹੜੀ ਕਿ ਜਿਸਨੇ ਇਸ ਬਾਰੇ ਗੱਲ ਕੀਤੀ ਹੋਵੇ? ਦੇਖੋ ਜੀ, ਜਿਹੜੀ
ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪਹਿਲੀ ਸਰਕਾਰ ਸੀ ਨਾ, ਉਹਨਾਂ ਅੰਮ੍ਰਿਤਸਰ ਦੇ ਵਿੱਚ ਕਾਫੀ ਜਿਹੜੇ ਨਾ ਉਹ ਪ੍ਰੋਜੈਕਟ ਲਿਆਂਦੇ ਸੀ, ਜਿਸ ਵਿੱਚ ਸਾਡਾ ਪਿੰਡ ਸੀ, BRTS ਆ, ਹਾਂਜੀ। ਇਸੇ ਤਰ੍ਹਾਂ ਜਿਹੜਾ ਉਹਨਾਂ ਹੈਰੀਟੇਜ ਸਟਰੀਟ ਬਣਾਈ, ਹੈਰੀਟੇਜ ਜਿਹੜੀ ਸਟਰੀਟ ਬਣਾਈ ਆ, ਵਿਰਾਸਤੀ ਮਾਰਗ ਜਿਸ ਨੂੰ ਆਪਾਂ ਕਹਿੰਦੇ ਆ, ਇਹ ਤੇ ਸਮਝ ਲਓ ਉਹਨੇ ਅਲੋਕਾਰ ਚੀਜ਼ ਇੱਕ ਬਣਾ ਦਿੱਤੀ। ਪਰੰਤੂ ਜਿਹੜੇ ਉਹਨਾਂ ਦੀ ਜਦੋਂ ਸਰਕਾਰ ਚੱਲ ਗਈ ਤੇ ਅਗਲੀ ਸਰਕਾਰ ਕੋਲੋਂ ਉਹਦੀ ਸਫਾਈ ਦਾ ਪ੍ਰਬੰਧ ਹੀ ਨਹੀਂ ਹੋ ਸਕਿਆ। ਇਸ ਹਾਂਜੀ ਵੇਲੇ ਤੁਸੀਂ ਉੱਥੇ ਜਾ ਕੇ ਵੇਖੋ, ਉੱਥੇ ਸੈਂਕੜਿਆਂ ਦੀ ਗਿਣਤੀ 'ਚ ਮੰਗਤੇ ਤੁਰੇ ਫਿਰਦੇ ਆ, ਉੱਥੇ ਹਾਂਜੀ ਇਹ ਕੁੱਤੇ ਤੁਰੇ ਫਿਰਦੇ ਆ, ਹਾਂਜੀ। ਹਾਂਜੀ ਤੇ ਜਦੋਂ ਕੁੱਤਿਆਂ ਦਾ ਹੀਟਿੰਗ ਸੀਜ਼ਨ ਆਉਂਦਾ, ਉਦੋਂ ਤੇ ਇਹੋ ਜਿਹੀਆਂ ਗੱਲਾਂ ਸ਼ਰਮਨਾਕ ਹੁੰਦੀਆਂ ਵੀ ਇਹ ਦਰਸ਼ਕ ਵੇਖ ਕੇ ਬੜਾ ਪਰੇਸ਼ਾਨ ਹੁੰਦੇ ਆ ਵੀ ਇਹ ਕੀ ਇੱਥੇ ਇਹਨਾਂ ਦਾ ਪ੍ਰਬੰਧ ਹੈਗਾ ਵਾ। ਫਿਰ ਇਸ ਤੋਂ ਇਲਾਵਾ ਉੱਥੇ ਨਵੀਂ ਗੱਲ ਅਸੀਂ ਕੁਝ ਦਿਨ ਤੋਂ ਹੋ ਗਏ ਵੇਖ ਰਹੇ ਆ ਵੀ ਮੰਗਤਿਆਂ ਤੋਂ ਇਲਾਵਾ ਜਿਹੜੇ ਦੁਕਾਨਦਾਰ ਆ, ਉਹਨਾਂ ਨੇ ਆਪਣੀ ਸਾਰੀਆਂ ਚੀਜ਼ਾਂ ਬਾਹਰ ਡਿਸਪਲੇ ਕਰਤੀਆਂ ਫੁੱਟਪਾਥ ਦੇ ਉੱਤੇ। ਤੇ ਉੱਥੇ ਜਿਹੜੇ ਹੁੰਦੇ ਨਾ ਆਪਣੇ ਭਾਂਡੇ ਜਿਹੜੇ ਹੁੰਦੇ ਆ ਤੇ ਖੁਸਰੇ, ਇਹ ਵੀ ਉੱਥੇ ਆਣ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ। ਜੇ ਕਿਸੇ ਉੱਥੇ ਬੀਬੀ ਰਾਣੀ ਨੇ ਚੂੜਾ ਪਾਇਆ ਹੁੰਦਾ ਵਾ ਜਾਂ ਦਿਸਦਾ ਵਾ ਵੀ ਇਹ ਨਵੇਂ ਵਿਆਹੇ ਆ, ਉਹਨਾਂ ਦਾ ਖਹਿੜਾ ਛੱਡਦੇ ਨਹੀਂ ਨਾ ਵੈਸੇ ਉਹ। ਹਾਲਾਂਕਿ ਉੱਥੇ ਜਿਹੜੇ ਪੁਲਿਸ ਵਾਲੇ ਆ ਉਹ ਕੁਛ ਨਹੀਂ ਕਰਦੇ, ਉੱਥੇ ਉਹ ਵੇਂਦੇ ਨਹੀਂ ਗੇ ਵੀ ਸਾਡੇ ਜਿਹੜੇ ਦਰਸ਼ਕ ਇੱਥੇ ਆਏ ਆ ਬਾਹਰਲੇ ਸ਼ਹਿਰਾਂ ਚੋਂ, ਬਾਹਰਲੇ ਦੇਸ਼ਾਂ ਚੋਂ, ਬਾਹਰਲੇ ਸੂਬਿਆਂ ਚੋਂ, ਉਹਨਾਂ ਨੂੰ ਇਹ ਕਿੰਨਾ ਪਰੇਸ਼ਾਨ ਕਰ ਰਹੇ ਆ। ਸਮਝ ਲੱਗਦੀ ਨਹੀਂ ਗੀ ਵੀ ਕਿਉਂ ਅੱਖਾਂ ਮੀਡੀਆ ਖਲੋਤੇ ਰਹਿੰਦੇ ਆ। ਪਹਿਲਾਂ ਮੇਰੇ ਮੰਗਤੇ ਸੀ, ਹੁਣ ਉੱਥੇ ਭੰਡ ਵੀ ਆ ਗਏ ਆ, ਖੁਸਰੇ ਵੀ ਆ ਗਏ ਆ, ਤੇ ਕਈ ਕਿਸਮ ਹਾਂਜੀ ਦੀਆਂ ਉਹ ਉੱਥੇ ਇੱਕ ਤਰ੍ਹਾਂ ਨਾਲ ਪੂਰਾ ਸਪੌਟ ਜਿਹੜਾ ਬਣਿਆ ਪੂਰਾ, ਉਹਦਾ ਫਿਰ ਤੋਂ ਜਿਹੜਾ ਉਹ ਕੀਤਾ ਗਿਆ, ਬਸ ਫਿਰ ਤੋਂ ਰੈਨੋਵੇਸ਼ਨ ਉਹ ਸਾਰੀ ਖਤਮ ਹੋ ਰਹੀ ਹੈ। ਸੋ ਅਖੀਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ, ਜੇਕਰ ਵਿਦੇਸ਼ ਤੋਂ ਵੀ ਕੋਈ ਲੋਕ ਕੀ ਐਫਰਟਸ ਕਰ ਸਕਦੇ ਨੇ, ਕੀ ਸਰਕਾਰਾਂ ਨੂੰ ਲਿਖਣਾ ਕੋਈ ਹੋ ਸਕਦਾ ਹੈ, ਜਾਂ ਇਹ ਕੀ ਸੁਨੇਹਾ ਦੇਣਾ ਚਾਹੋਗੇ ਸਾਰਿਆਂ ਨੂੰ, ਭਾਵੇਂ ਆਪਣੇ ਵੀ ਨੇ, ਕਿ ਕੀ ਇਤਿਹਾਸ ਸਾਡਾ ਜਿਹੜਾ ਹੈ, ਬਹੁਤ ਦੁੱਖ ਵਾਲੀ ਗੱਲ ਹੈ ਜਦੋਂ ਅਸੀਂ ਸੁਣ ਰਹੇ ਹਾਂ, ਵੇਖਦੇ ਵੀ ਹਾਂ ਕਈ ਵਾਰੀ। ਕੀ ਲੱਗਦਾ ਹੈ ਤੁਹਾਨੂੰ ਕਿ ਜਲਦੀ ਕੋਈ ਇਸ ਵਿੱਚ ਕੋਈ ਸੁਧਾਰ ਹੋਏਗਾ? ਜੇ ਕੁਝ ਹੀ ਕੁਝ ਹੀ ਥੋੜੇ ਸਮੇਂ 'ਚ ਇਸ ਨੂੰ ਜੇ ਤੁਸੀਂ ਸੰਖੇਪ 'ਚ ਬਿਆਨ ਕਰ ਸਕੋ, ਤੇ ਫਿਰ ਅਸੀਂ ਇਜਾਜ਼ਤ ਲਈਏ ਤੁਹਾਡੇ ਕੋਲੋਂ। ਬੇਨਤੀ ਕਰਦਾ ਵਾਂ ਵੀ ਕਾਰਪੋਰੇਸ਼ਨ ਦਾ ਕਰੋੜਾਂ ਰੁਪਈਆ ਦਾ ਬਜਟ ਆ, ਪਰ ਤੁਸੀਂ ਹੈਰਾਨ ਹੋ ਜਾਓਗੇ ਵੀ ਹਰਿਮੰਦਰ ਸਾਹਿਬ ਦੇ ਲਾਗੇ ਛਾਗੇ ਦਾ ਜਿਹੜਾ ਇਲਾਕਾ ਵਾ, ਉਹਦੀ ਸਫਾਈ ਸੰਤ ਬਾਬੇ ਭੂਰੀ ਵਾਲਿਆਂ ਦੇ ਸੇਵਕ ਕਰਦੇ ਆ। ਕਾਰਪੋਰੇਸ਼ਨ ਉੱਥੇ ਸਫਾਈ ਵੀ ਜਿਹੜੀ ਆ ਉਹ ਪ੍ਰੋਪਰ ਨਹੀਂ ਕਰ ਸਕਦੀ, ਹਾਂਜੀ। ਇਸ ਕਰਕੇ ਅਸੀਂ ਤੇ ਜਿਹੜੇ ਵਿਦੇਸ਼ਾਂ 'ਚ ਜਾਂ ਸਾਡੇ ਲੋਕਲ ਜਿਹੜੇ ਸ਼ਹਿਰੀ ਹੈਗੇ ਆ, ਤੁਹਾਡੇ ਮੀਡੀਅਮ ਰਾਹੀਂ ਅਸੀਂ ਉਹਨਾਂ ਨੂੰ ਇਹੋ ਬੇਨਤੀ ਕਰਦੇ ਆ ਕਿ ਉਹ ਕਾਰਪੋਰੇਸ਼ਨ ਤੇ ਇੰਨਾ ਦਬਾਅ ਪਾਉਣ, ਜ਼ਿਲ੍ਹਾ ਪ੍ਰਸ਼ਾਸਨ ਤੇ ਇੰਨਾ ਦਬਾਅ ਪਾਉਣ, ਪੰਜਾਬ ਸਰਕਾਰ ਤੇ ਇੰਨਾ ਦਬਾਅ ਪਾਉਣ ਵੀ ਇਹ ਜਿਹੜਾ ਕਰੋੜਾਂ ਰੁਪਏ, ਇਹ ਵੇਖੋ ਜੇ ਹੁਣ ਪਿੱਛੇ ਦੇ ਜਿਹੜੀ ਸਰਕਾਰ ਬਣੀ ਸੀ ਕਾਂਗਰਸ ਦੀ, ਇਹਨਾਂ ਦੇ ਦਿਮਾਗ 'ਚ ਹੀ ਵੀ ਇਹ ਸੁਖਬੀਰ ਦਾ ਪ੍ਰੋਜੈਕਟ ਆ, ਇਸ ਕਰਕੇ ਅਸੀਂ ਇਹਦੇ ਵੱਲ ਧਿਆਨ ਨਹੀਂ ਦੇਣਾ। ਬੰਦਾ ਪੁੱਛੇ ਵੀ ਸੁਖਬੀਰ ਨੇ ਪੱਲਿਓਂ ਪੈਸੇ ਪਾਏ ਆ ਜਾਂ ਇਹਨਾਂ ਪੱਲਿਓਂ ਪੈਸੇ ਲਾਏ ਆ? ਪੈਸੇ ਤੇ ਸਾਰੇ ਲੋਕਾਂ ਦੇ, ਜਿਹੜੇ ਲੋਕੀ ਟੈਕਸ ਦਿੰਦੇ ਆ ਉਹਨਾਂ ਦੇ ਪੈਸੇ ਨਾਲ ਇਹ ਚੀਜ਼ ਬਣੀ ਆ। ਸੰਗਤਾਂ ਦੀ ਜਿਹੜੀ ਇਹ ਭਾਵਨਾ ਵਾ, ਉਹਦੇ ਵੱਲ ਕਿਸੇ ਦਾ ਕੋਈ ਖਿਆਲ ਨਹੀਂਗਾ ਵੀ ਇਹ ਜਿਹੜਾ ਥਾਂ ਵਾ ਇਹ ਬਹੁਤ ਸੁੰਦਰ ਤੇ ਦਿਲਕਸ਼ ਹੋਣਾ ਚਾਹੀਦਾ ਵਾ। ਇੱਥੋਂ ਦਾ ਜਿਹੜਾ ਸਮੁੱਚਾ ਵਾਤਾਵਰਨ ਆ ਉਹ ਧਾਰਮਿਕ ਹੋਣਾ ਚਾਹੀਦਾ ਵਾ, ਤਾਂ ਕਿ ਹਰਿਮੰਦਰ ਸਾਹਿਬ ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਆ, ਜਿਹੜੇ ਸ਼ਰਧਾਲੂ ਆ, ਉਹ ਜਿਹੜੇ ਬਾਹਰਲੇ ਮੁਲਕਾਂ 'ਚੋਂ ਬੜੀਆਂ ਭਾਵਨਾਵਾਂ ਲੈ ਕੇ ਹਰਿਮੰਦਰ ਸਾਹਿਬ ਆਉਂਦੇ ਆ, ਉਹਨਾਂ ਦਾ ਹੈਰੀਟੇਜ ਸਟਰੀਟ ਦੇ ਵਿੱਚ ਹੀ ਇੰਨੀ ਮਾਨਸਤਾ ਹੋ ਜਾਏ ਕਿ ਗੁਰੂ ਮਹਾਰਾਜ ਪ੍ਰਤੀ ਉਹਨਾਂ ਦੇ ਮਨ 'ਚ ਸ਼ਰਧਾ ਪੈਦਾ ਹੋ ਜਾਵੇ। ਹਾਂਜੀ ਜੀ, ਗੱਲ ਅਸੀਂ ਕੀਤੀ ਸ਼ੁਰੂ ਇੱਕ ਐਸੇ ਸਥਾਨ ਜਿਸ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਂ ਤੇ ਇੱਕ ਬਾਗ ਜਿਹੜਾ ਉਹਨਾਂ ਨੇ ਵਸਾਇਆ ਮਹਾਰਾਜਾ ਨੇ, ਮਹਾਰਾਜਾ ਰਾਮ ਬਾਗ, ਜਿਸ ਦਾ ਨਾਂ ਰੱਖਿਆ ਗਿਆ ਗੁਰੂ ਰਾਮਦਾਸ ਪਾਤਸ਼ਾਹ ਤੇ ਬਾਗ ਗਾਰਡਨ ਹੋ ਗਿਆ। ਉਸ ਦੀ ਤਰਸਯੋਗ ਹਾਲਤ ਤੋਂ ਲੈ ਕੇ ਅਸੀਂ ਭਾਵੇਂ ਗੱਲ ਕਰੀਏ, ਹੁਣ ਜਿਹੜਾ ਹੋਰ ਰਸਤੇ ਵੀ ਬਣਾਏ ਗਏ ਨੇ, ਲੱਖਾਂ ਜਿਹੜੇ ਲੋਕ ਨੇ ਉਹ ਆਉਂਦੇ ਨੇ ਰਸਤੇ ਵਿੱਚ ਵੀ, ਜੋ ਅੱਜ ਉਹਦੀ ਹਾਲਤ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਪਰ ਨਾਲ ਦੇ ਨਾਲ ਜਿਹੜਾ ਗਲਿਆਰੇ ਵਿੱਚ ਜੋ ਪੁਰਾਣੀਆਂ ਜਿਹੜੀਆਂ ਇਮਾਰਤਾਂ ਸਨ, ਉਹ ਤੇ ਚਲੋ ਉਸ ਤੋਂ ਬਾਅਦ ਉਸਨੂੰ ਗਲਿਆਰਾ ਬਣਾਇਆ ਗਿਆ, ਪਰ ਉਸ ਨੂੰ ਬਣਾਉਣ ਤੋਂ ਬਾਅਦ ਹੁਣ ਜਿਹੜੇ ਆਲਰੇਡੀ ਉੱਥੇ ਗੁਰਦੁਆਰੇ ਨੇ, ਜਿਸ ਤਰ੍ਹਾਂ ਗੁਰੂ ਤੇਗ ਪਾਤਸ਼ਾਹ ਦਾ ਗੁਰਦੁਆਰਾ ਵੀ ਹੈ ਗੁਰੂ ਕੇ ਮਹਿਲ, ਉੱਥੇ ਜਾਣ ਲਈ ਰਸਤਾ ਵੀ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਪ੍ਰਿੰਸੀਪਲ ਸਾਹਿਬ ਨੇ, ਕਿ ਬਹੁਤ ਬੁਰਾ ਹਾਲ ਹੈ। ਇਸੇ ਤਰ੍ਹਾਂ ਕੋਈ ਇੰਨੇ ਸਾਲ ਜੇ ਇਹਨਾਂ ਨੇ ਕੋਰਟ ਵਿੱਚ ਵੀ ਆਪਣੀ ਸੰਸਥਾ ਵੱਲੋਂ, ਵਿਕਾਸ ਮੰਚ ਵੱਲੋਂ ਜੇ ਗੱਲਬਾਤ ਕੀਤੀ ਹੈ, ਪਰ ਹਾਲੇ ਵੀ ਉਹਨਾਂ ਵੱਲੋਂ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਜਿਹੜੀ ਉੱਥੇ ਇਲੀਗਲ ਕੰਸਟਰਕਸ਼ਨਸ ਨੇ ਅੰਗਰੇਜ਼ਾਂ ਦੇ ਵੇਲੇ ਦੀਆਂ ਵੀ, ਤੇ ਨਾਲ ਦੀ ਨਾਲ ਹੋਰ ਵੀ ਜਿਹੜੀਆਂ ਉਸਾਰੀਆਂ ਹੋ ਰਹੀਆਂ ਨੇ, ਕੀ ਅੱਜ ਤੋਂ ਕੁਝ ਸਾਲ ਬਾਅਦ ਅਸੀਂ ਇਸ ਬਾਗ ਨੂੰ ਗਵਾ ਲਵਾਂਗੇ?
ਕਿ ਉੱਥੇ ਵੀ ਹੋਰ ਇਮਾਰਤਾਂ, ਜੇਕਰ ਇਹ ਜਾਂ ਕੁਝ ਹੋਰ ਜਿਹੜੇ ਸੁਹਿਰਦ ਜਿਹੜੇ ਸ਼ਹਿਰੀ ਨੇ ਇਸ ਪਾਸੇ ਧਿਆਨ ਨਾ ਦਿੰਦੇ, ਕੀ ਇਹ ਜਿਹੜਾ ਵੀਰ ਜੀ ਰਾਮ ਬਾਗ ਹੈ ਇਹ ਵੀ ਹੁਣ ਤੱਕ ਖਤਮ ਹੋ ਜਾਣਾ ਸੀ? ਕੀ ਇਹ ਜਸਲੀਨ ਭਵਿੱਖ ਵਿੱਚ ਰਹਿ ਸਿੰਘ, ਸਕੇਗਾ? ਇਹ ਸਾਡੇ ਇੱਕ ਜਿਹੜੇ ਮਿੰਟ। ਸਵਾਲ ਨੇ, ਸਾਡੀ ਵਿਰਾਸਤਾਂ ਨੇ, ਇਹ ਸਾਡੇ ਨਾਲ ਹੌਲੀ-ਹੌਲੀ ਜਿਹੜੇ ਚੱਲਦੇ ਰਹਿਣਗੇ, ਪਰ ਸਾਨੂੰ ਆਪਣੇ ਵੱਲੋਂ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਇਹਨਾਂ ਨੇ ਦੱਸਿਆ ਕਿ ਜੇਕਰ ਸਰਕਾਰ ਤੇ ਵੀ, ਜੇ ਆਪਣੇ ਵੱਲੋਂ ਵੀ ਤੁਸੀਂ, ਜੇ ਵਿਦੇਸ਼ ਤੋਂ ਵੀ ਕੋਈ ਆਉਂਦਾ ਹੈ, ਜੇਕਰ ਗੱਲਬਾਤ ਕਰਕੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਕਿਹਾ ਜਾਵੇ, ਜੇਕਰ ਉਹਨਾਂ ਨੂੰ ਪਤਾ ਹੋਵੇ ਕਿ ਲੋਕਾਂ ਵੱਲ ਇਹਨਾਂ ਦਾ ਬੜਾ ਧਿਆਨ ਹੈ, ਤੇ ਹੋ ਸਕਦਾ ਹੈ ਕਿ ਅਸੀਂ ਇਹਨਾਂ ਇਮਾਰਤਾਂ ਨੂੰ, ਇਹਨਾਂ ਵਿਰਾਸਤਾਂ ਨੂੰ ਬਚਾ ਸਕੀਏ। ਤੇ ਆਓ ਹੁਣ ਫਤਿਹ ਸਾਂਝੀ ਕਰਦੇ ਹਾਂ, ਤੇ ਫਿਰ ਤੋਂ ਭਵਿੱਖ ਵਿੱਚ ਕੋਈ ਨਵੀਂ ਗੱਲਬਾਤ ਆਪਣੇ ਇਤਿਹਾਸ ਦੇ ਰਿਲੇਟਿਡ ਪ੍ਰਿੰਸੀਪਲ ਸਾਹਿਬ ਨਾਲ ਜ਼ਰੂਰ ਲੈ ਕੇ ਆਵਾਂਗੇ। ਇਹ ਬਹੁਤ ਲਿਖਦੇ ਰਹਿੰਦੇ ਨੇ। ਤੇ ਆਓ ਪ੍ਰਿੰਸੀਪਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਤੇ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਜਿਹੜੀ ਹੈ ਉਹ ਸਾਰੀ ਸੰਗਤਾਂ ਦੇ ਨਾਲ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।